ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਦ ਪ੍ਰਕਾਸ਼ USA ਦੇ ਵਿਹੜੇ ਦੇ ਵਿੱਚ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਨਿੱਘਾ ਸਵਾਗਤ ਹੈ। ਨਾਦ ਪ੍ਰਕਾਸ਼ ਸੰਸਥਾ ਸ਼ਬਦ ਸਿਧਾਂਤ ਨੂੰ ਸਮਰਪਿਤ ਸੰਸਥਾ ਹੈ। ਅੱਜ ਸਾਡੇ ਨਾਲ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨਗੇ। ਇਹ ਗੱਲਬਾਤ ਜ਼ਿਆਦਾਤਰ ਸਿਧਾਂਤਕ ਤੌਰ 'ਤੇ ਰਹੇਗੀ ਅਤੇ ਇਹਦੇ ਵਿੱਚ ਜਿਹੜੀ ਵਿਹਾਰਕਤਾ ਹੈ ਉਹ ਸਿਰਫ ਸਿਧਾਂਤਕਤਾ ਨੂੰ ਹੀ ਦਰਸਾਉਂਦੀ ਰਹੇਗੀ। ਸੋ ਜਥੇਦਾਰ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜਥੇਦਾਰ ਸਾਹਿਬ ਤੁਸੀਂ ਆਪਣੇ ਬਾਰੇ ਕੁਝ ਦੱਸੋ, ਜਿਹੜੀਆਂ ਤੁਹਾਡੀਆਂ ਰੁਚੀਆਂ, ਤੁਹਾਡੇ ਪਿਛੋਕੜ ਅਤੇ ਤੁਹਾਡੀ ਐਜੂਕੇਸ਼ਨ ਬਾਰੇ ਸਾਡਾ ਥੋੜ੍ਹਾ ਸੰਗਤ ਨਾਲ ਸਾਂਝ ਪਾਓ। ਮੈਂ ਤਕਰੀਬਨ 17 ਸਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਕੀਤੀ ਹੈ ਔਰ ਨਾਲ 17 ਸਾਲ ਹੀ ਕਥਾਵਾਚਕ ਦੀ। ਇਸ ਸੇਵਾ ਦੌਰਾਨ ਕਈ ਵਾਰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਮੁਕੰਮਲ ਕਥਾ, ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਦੀ, ਰਤਨ ਸਿੰਘ ਪੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦੀ, ਮਹਿਮਾ ਪ੍ਰਕਾਸ਼ ਦੀ ਕਰਨ ਦਾ ਜਿਹੜਾ ਹੈ ਮੈਨੂੰ ਸਮਾਂ ਮਿਲਿਆ, ਮੈਂ ਕੀਤੀ। ਅਤੇ ਪੋਸਟ ਗ੍ਰੈਜੂਏਸ਼ਨ ਜਿਹੜੀ ਮੈਂ ਕੀਤੀ ਹੈ ਕੰਪੈਰੇਟਿਵ ਰਿਲੀਜਨ ਦੇ ਉੱਤੇ, ਅਤੇ PhD ਮੇਰੀ ਅੱਧ-ਵਾਟੇ ਹੀ ਹੈ। ਅਤੇ ਪਿਛਲੇ 5 ਸਾਲ ਤੋਂ ਮੈਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਦੀ ਭੂਮਿਕਾ ਸੇਵਾ ਕਰ ਰਿਹਾ, ਅਤੇ 4 ਸਾਲ ਤੋਂ ਹੀ ਨਾਲ ਐਡੀਸ਼ਨਲ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਹਾਂ। ਅਤੇ ਰੁਚੀਆਂ ਜਿਹੜੀਆਂ ਨੇ ਬਸ ਉਹ ਪੜ੍ਹਨਾ, ਲਿਖਣ ਦੀ ਹਜੇ ਰੁਚੀ ਤਾਂ ਹੈ ਲੇਕਿਨ ਸਮਾਂ ਨਹੀਂ ਹੈ, ਰੁਝਾਨ ਵੀ ਨਹੀਂ, ਲੇਕਿਨ ਫਿਲਹਾਲ ਜਿਹੜਾ ਪੜ੍ਹਨਾ ਔਰ ਸੰਗਤ ਨੂੰ ਪ੍ਰਚਾਰ ਦੇ ਜ਼ਰੀਏ ਸ਼ਬਦ ਨਾਲ ਜੋੜਨਾ, ਗੁਰੂ ਨਾਲ ਜੋੜਨਾ, ਬਸ ਇਹ ਹੈ। ਤੁਸੀਂ ਐਜੂਕੇਸ਼ਨ ਦੀ ਸਭ ਤੋਂ ਵੱਡੀ ਡਿਗਰੀ PhD ਜਿਹੜੀ ਹੈਗੀ ਆ ਉਹ ਕਰ ਰਹੇ ਹੋ, ਅਤੇ ਇਹ ਇੱਕ ਕਾਫੀ ਜ਼ਿਆਦਾ ਇੱਕ ਬਹੁਤ ਵੱਡੀ ਐਜੂਕੇਸ਼ਨ ਦਾ ਤਰ੍ਹਾਂ ਤੁਹਾਡੇ ਕਿੱਤੇ ਨਾਲ ਵੀ ਜੁੜਿਆ ਹੋਇਆ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨਾਂ ਜ਼ਿੰਮੇਵਾਰੀਆਂ ਜਿਹੜੀਆਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਜੋਂ ਨਿਭਾ ਰਹੇ ਹੋ, ਇਹਨਾਂ ਦੇ ਨਾਲ ਤੁਹਾਨੂੰ ਜਿਹੜੀ ਐਜੂਕੇਸ਼ਨ ਉਹ ਕਿਸ ਤਰ੍ਹਾਂ ਹੈਲਪ ਕਰਦੀ ਹੈ? ਐਜੂਕੇਸ਼ਨ ਤਾਂ ਹੈਲਪ ਕਰਦੀ ਹੈ ਜੀ। ਕੋਈ ਵੀ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਦਾ ਹੈ, ਭਾਵੇਂ ਕੋਈ ਵੀ ਬੰਦਾ ਕੋਈ ਵੀ ਕਿੱਤਾ ਕਰਦਾ ਹੈ, ਅਤੇ ਉਹਦੀ ਐਜੂਕੇਸ਼ਨ ਜਿਹੜੀ ਹੈ ਉਹਦੇ ਉਸ ਪ੍ਰੋਫੈਸ਼ਨ ਵਾਸਤੇ ਸਹਾਇਤਾ ਹੁੰਦੀ ਹੈ, ਮਦਦ ਹੁੰਦੀ ਹੈ ਜੀ। ਬਹੁਤ ਵੱਡੀ ਮਦਦਗਾਰ ਹੁੰਦੀ ਹੈ, ਛੋਟੀ ਨਹੀਂ ਹੁੰਦੀ, ਬਹੁਤ ਵੱਡੀ ਮਦਦਗਾਰ ਹੁੰਦੀ। ਠੀਕ ਹੈ। ਸੋ ਇੱਕ ਜਿਹੜਾ ਭਾਈ ਸੰਤੋਖ ਸਿੰਘ ਦਾ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਮੁਤਾਬਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਆਪਣੇ ਹੱਥੀਂ ਕੀਤੀ, ਅਤੇ ਕੋਈ ਰਾਜ ਮਿਸਤਰੀ ਵੀ ਨਹੀਂ ਲਾਇਆ, ਜਿਹਦੇ ਨਾਲ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਦੀ ਮਦਦ ਵੀ ਨਾਲ ਲਈ। ਤੁਹਾਡੇ ਮੁਤਾਬਕ ਇਸ ਗੱਲ ਵਿੱਚ ਕੀ ਇਸ਼ਾਰਾ ਜਿਹੜਾ ਗੁਰੂ ਸਾਹਿਬ ਦੇਣਾ ਚਾਹ ਰਹੇ ਨੇ? ਇਹ ਜਿਹੜੀ ਸਾਡੀ ਸਾਖੀ ਹੈ, ਘਟਨਾ ਜਿਹੜੀ ਇਤਿਹਾਸ ਦੇ ਵਿੱਚ ਵਾਪਰੀ ਹੈ, ਇਹ ਸਾਨੂੰ ਇਸ ਗੱਲ ਦੀ ਜਿਹੜੀ ਉਹ ਸਮਝ ਦਿੰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਆਜ਼ਾਦ ਪ੍ਰਭੂ ਸੱਤਾ ਦਾ, ਸਿੱਖ ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਾਨੂੰ ਸਾਰੇ ਸਿੱਖਾਂ ਦਾ ਜਿਹੜਾ ਹੈ ਇੱਕ ਕੇਂਦਰ ਹੈ, ਇਹ ਵੀ ਸਮਝਾਉਂਦਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੀ ਘਟਨਾ ਹੋਈ ਹੈ ਇਹ ਸਾਨੂੰ ਇਹ ਵੀ ਦੱਸਦੀ ਹੈ ਕਿ ਹਰ ਜਿਹੜਾ ਸ਼ਖਸ ਹੈ ਉਹ ਆਪਣੇ ਇੰਸਟੀਟਿਊਸ਼ਨਸ ਖੁਦ ਬਣਾਉਂਦਾ ਹੈ, ਖੁਦ ਚਲਾਉਂਦਾ ਹੈ, ਅਤੇ ਖੁਦ ਹੀ ਜਿਹੜਾ ਹੈ ਉਹ ਆਪਣੀ ਇੰਸਟੀਟਿਊਸ਼ਨ ਦੇ ਰਾਹੀਂ ਜਿਹੜਾ ਹੈ ਉਹਦੇ ਨਾਲ ਜੁੜ ਕੇ ਉਹਦੇ ਰਾਹੀਂ ਉਹਦੇ ਜ਼ਰੀਏ ਫਿਰ ਪ੍ਰਫੁੱਲਤ ਹੁੰਦਾ, ਵਿਕਸਿਤ ਹੁੰਦਾ ਹੈ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੋਈ ਰਾਜ ਮਿਸਤਰੀ ਨਹੀਂ ਸੱਦਿਆ ਹੈ, ਬਲਕਿ ਆਪ ਆਪਣੇ ਹੱਥੀਂ ਜਾਂ ਬਾਬਾ ਬੁੱਢਾ ਜੀ ਨੂੰ ਜਾਂ ਭਾਈ ਗੁਰਦਾਸ ਜੀ ਨੂੰ ਜਿਹੜਾ ਹੈ ਉਹ ਨਾਲ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ। ਤਾਂ ਇਹ ਸਾਨੂੰ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਅਕਾਲ ਤਖਤ ਸਾਹਿਬ ਆਜ਼ਾਦ ਸਾਡੀ ਹੋਂਦ ਹਸਤੀ ਦਾ ਪ੍ਰਤੀਕ ਹੈ, ਸਾਡੀ ਆਜ਼ਾਦ ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਇਹ ਚੀਜ਼ ਸੋ ਇਹਦੇ ਨਾਲ ਮਤਲਬ ਤੁਸੀਂ ਇਹ ਵੀ ਗੱਲ ਕਹਿ ਰਹੇ ਹੋ ਕਿ ਇਹ ਇਕੱਲਾ ਇੰਸਟੀਟਿਊਸ਼ਨ, ਇਕੱਲਾ ਇੱਕ ਮੈਟਾਫਿਜ਼ੀਕਲ ਲੈਵਲ 'ਤੇ ਨਹੀਂ ਹੈ, ਇੱਕ ਗੁਰੂ ਸਾਹਿਬ ਨੇ ਬਿਲਕੁਲ ਬਿਲਕੁਲ ਅਕਾਲ ਤਖਤ ਸਾਹਿਬ ਕੋਈ ਬਿਲਡਿੰਗ ਨਹੀਂ ਹੈ, ਅਕਾਲ ਤਖਤ ਸਾਹਿਬ ਇੱਕ ਕਨਸੈਪਟ ਹੈ, ਸਿਧਾਂਤ ਹੈ ਅਕਾਲ ਤਖਤ ਸਾਹਿਬ। ਹਾਂਜੀ।
ਪਰ ਕਿਉਂਕਿ ਗੁਰੂ ਸਾਹਿਬ ਨੇ ਆਪਣੇ ਹੱਥੀਂ ਬਣਾਇਆ ਤੇ ਇਹਦੇ ਕਰਕੇ ਮਤਲਬ ਉਹਨੂੰ ਫਿਜ਼ੀਕਲ ਵੀ ਉਹਦੀ ਇੰਪੋਰਟੈਂਸ ਜਿਹੜੀ ਹੈਗੀ ਆ, ਫਿਜ਼ੀਕਲ ਜਿਹੜੀ ਇਹਦੀ ਇੰਪੋਰਟੈਂਸ ਹੈਗੀ ਆ, ਉਹਦੇ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਉਹਦੇ ਨਾਲ ਇੰਸਟੀਟਿਊਸ਼ਨ ਜਿਹੜਾ ਆ ਉਹ ਫਿਜ਼ੀਕਲ, ਹਾਂ, ਕਿਉਂਕਿ ਜਿਹੜਾ ਸਾਡਾ ਇਹ ਸਿਧਾਂਤ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ, ਜਿਹੜਾ ਇਹ ਸਾਡੀ ਫਿਜ਼ੀਕਲ ਜਿਹੜੀ ਹੈਗੀ ਆ ਉੱਥੇ ਉਹਦੇ ਰਾਹੀਂ ਜਾਂ ਉਹਦੇ ਸੇਵਾਦਾਰਾਂ ਦੇ ਰਾਹੀਂ ਹੀ ਜਿਹੜਾ ਹੈ ਉਹ ਪ੍ਰਜਵਲਿਤ ਹੁੰਦਾ ਹੈ। ਹਾਂਜੀ। ਸੋ ਅੱਜ ਦੇ ਸਮੇਂ ਦੇ ਵਿੱਚ ਗੁਰਮਤਾ ਦੇ ਸਿਧਾਂਤ ਜਿਹੜੇ ਕਿੰਝ ਜਾਗਰਤ ਕੀਤਾ ਜਾ ਸਕਦਾ ਹੈ, ਜਿਹੜਾ ਸਾਡੇ ਐਂਸ਼ੀਅੰਟ ਹਿਸਟਰੀ ਦੇ ਵਿੱਚ ਤਾਂ ਪਿਆ ਹੈ, ਜਿਸ ਨਾਲ ਕਿ ਸਮੇਂ ਦੀ ਲੋੜ ਮੁਤਾਬਕ ਅਕਾਲ ਤਖਤ ਸਾਹਿਬ ਤੋਂ ਗਿਆਨਾਤਮਕ ਦਖਲ ਜਿਹੜਾ ਆ ਉਹ ਹਿਸਟਰੀ ਦੇ ਵਿੱਚ ਆ ਸਕੇ। ਇਹ ਗੁਰਮਤਾ ਦਾ ਸਿਧਾਂਤ ਕਿਸ ਤਰ੍ਹਾਂ? ਕਿਸੇ ਸਮੇਂ ਗੁਰਮਤਾ ਹੁੰਦਾ ਸੀ ਤੇ ਉਸ ਜਦੋਂ 18ਵੀਂ ਸਦੀ ਦੇ ਵਿੱਚ ਖਾਸ ਤੌਰ 'ਤੇ ਗੁਰਮਤੇ ਹੁੰਦੇ ਸੀ, ਉਦੋਂ ਵੀ ਜਿਹੜੇ ਇੰਟੈਲੈਕਚੁਅਲ ਪਰਸਨ ਹੁੰਦੇ ਸੀਗੇ ਉਹੀ ਸਾਹਮਣੇ ਬੈਠਦੇ ਸੀਗੇ। ਬਾਕੀ ਜਿਹੜੀ ਸੰਗਤ ਹੈਗੀ ਆ ਉਹ ਬੈਠਦੀ ਸੀ ਦੀਵਾਨ ਦੇ ਵਿੱਚ ਤੇ ਉਹ ਗੁਰਮਤਾ ਕਰਦੇ ਸੀ। ਗੁਰਮਤਾ ਕਰਨ ਤੋਂ ਬਾਅਦ ਫਿਰ ਉਹ ਗੁਰਮਤਾ ਜਿਹੜਾ ਸੰਗਤ ਨੂੰ ਦੱਸ ਦਿੱਤਾ ਜਾਂਦਾ ਸੀ ਕਿ ਆਹ ਅਸੀਂ ਜਿਹੜਾ ਗੁਰਮਤਾ ਜਿਹੜਾ ਹੈ ਉਹ ਪਾਈ ਕੀਤਾ ਤੇ ਜਿਹੜਾ ਗੁਰਮਤਾ ਹੁੰਦਾ ਸੀ ਉਹ ਗੁਰਮਤ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਹੁੰਦਾ ਸੀ। ਹੁਣ ਜਿਹੜਾ ਹੈਗਾ ਸਾਡੇ ਸਿੱਖਾਂ ਦਾ ਜਿਹੜਾ ਖੰਡਾਅ ਜਿਹੜਾ ਫਿਜ਼ੀਕਲੀ ਵੀ ਬਹੁਤ ਪੂਰੇ ਵਿਸ਼ਵ ਦੇ ਵਿੱਚ ਹੀ ਫੈਲ ਚੁੱਕਿਆ ਹੈਗਾ। ਅੱਜ ਸਿੱਖ ਜਿਹੜੇ ਉਹ ਗਲੋਬਲੀ ਹੋ ਗਏ ਆ। ਤਾਂ ਅਜਿਹੀ ਪੋਜੀਸ਼ਨ ਦੇ ਵਿੱਚ ਜਿਹੜੇ ਹੈ ਗੁਰਮਤਾ ਜਿਹੜਾ ਹੈ ਸਹੀ ਢੰਗ ਦੇ ਨਾਲ, ਸਹੀ ਮਾਇਨਿਆਂ ਦੇ ਨਾਲ ਜੇ ਕਰਨਾ ਹੈ ਤੇ ਤਾਂ ਹੀ ਕੀਤਾ ਜਾ ਸਕਦਾ ਜੇ ਵਿਸ਼ਵ ਭਰ ਦੇ ਵਿੱਚ ਜਿਹੜੇ ਇੰਟੈਲੈਕਚੁਅਲ ਪਰਸਨ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀਆਂ ਰਾਵਾਂ ਨਵੀਆਂ ਜਾਣ। ਚਲੋ ਫਿਜ਼ੀਕਲੀ ਤੌਰ 'ਤੇ ਉੱਥੇ ਬੁਲਾ ਕੇ ਅੱਜ ਕੱਲ੍ਹ ਕਿਉਂਕਿ ਸਾਧਨ ਨੇ, ਟੈਕਨੋਲੋਜੀ ਦਾ ਯੁੱਗ ਹੈ ਤੇ ਫਿਰ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਗੁਰਮਤਾ ਜਿਹੜਾ ਸਾਡਾ ਉਹ ਸਾਕਾਰ ਜਿਹੜਾ ਹੈ ਉਹ ਹੋ ਸਕਦਾ ਹੈ। ਤੇ ਬਾਕੀ ਜਿਹੜੀ ਸੰਗਤ ਹੈ ਉਹ ਗੁਰਮਤੇ ਜਿਹੜੇ ਹੁੰਦੇ ਆ, ਸਾਡੇ ਪੰਥਕ ਗੁਰਮਤੇ ਜਿਹੜੇ ਹੁੰਦੇ ਆ ਉਹਨਾਂ ਨੂੰ ਮੰਨਦੇ ਆ। ਪਰ ਜਿਹੜੀ ਸਾਡੀ ਇੱਕ ਸਮੱਸਿਆ ਹੈਗੀ ਆ ਉਹ ਸਭ ਤੋਂ ਵੱਡੀ ਇਹ ਹੈ ਕਿ ਜਿਹੜੇ ਸਾਡੇ ਇੰਟੈਲੈਕਚੁਅਲ ਵੀ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਛੋਟੇ ਧੜਿਆਂ ਦੇ ਵਿੱਚ ਜਿਹੜਾ ਹੈ ਉਹ ਬੰਦੇ ਨਜ਼ਰ ਆਉਂਦੇ ਆ। ਤੇ ਸਾਨੂੰ ਉਹਦੇ ਕਾਰਨ ਸਾਨੂੰ ਇੱਕ ਸਰਬਸੰਮਤੀ ਜਿਹੜੀ ਹੈ ਰਾਏ ਬਣਾਉਣੀ ਜਿਹੜੀ ਆ ਉਹ ਫਿਰ ਮੁਸ਼ਕਲ ਜਾਪਦੀ ਹੈ। ਇਹ ਇੱਕ ਪ੍ਰੋਬਲਮ ਹੈ। ਤੁਹਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਕਮੇਟੀ ਜਿਹੜੀ ਹੈਗੀ ਇੰਟੈਲੈਕਚੁਅਲਸ ਦੀ ਬਣਾਈ ਜਾ ਸਕਦੀ ਹੈ ਜਿਹਦੇ ਨਾਲ ਉਹ ਗੁਰਮਤਿਆਂ ਨੂੰ? ਹਾਂ, ਅਸੀਂ ਯਤਨ ਕਰਦੇ ਹਾਂ, ਕੁਝ ਕਮੇਟੀਆਂ ਅਸੀਂ ਬਣਾਈਆਂ ਵੀ ਨੇ ਇੰਟੈਲੈਕਚੁਅਲਾਂ ਦੀਆਂ, ਪਰ ਸਾਡੇ ਵਾਸਤੇ ਇੰਟੈਲੈਕਚੁਅਲ ਪਰਸਨ ਉਹ ਲੱਭਣੇ ਬਹੁਤ ਔਖੀ ਗੱਲ ਹੈ ਜਿਹੜੇ ਕਿਸੇ ਧੜੇ ਤੋਂ ਮੁਕਤ ਹੋਣ। ਠੀਕ ਹੈ। ਸੋ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਜਾਂਦੇ ਹੁਕਮਨਾਮਿਆਂ ਵਿੱਚ ਬੁੱਧੀਜੀਵੀਆਂ ਦਾ ਕੀ ਰੋਲ ਹੋ ਸਕਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕੁਝ ਬਣ ਸਕਦਾ ਹੈ? ਬਿਲਕੁਲ, ਜਿੱਥੋਂ ਤੱਕ ਮੈਂ ਜਾਣਦਾ ਕਾਫੀ ਹੁਕਮਨਾਮੇ ਜਿਹੜੇ ਮੈਂ ਪੜ੍ਹੇ ਹੈ, ਵਿਚਾਰੇ ਹੈ, ਕੋਖੇ ਹੈ ਤੇ ਮੇਰੇ ਸਮੇਂ ਵੀ ਜਿਹੜੇ ਹੁਕਮ ਅਕਾਲ ਤਖਤ ਸਾਹਿਬ ਤੋਂ ਆਏ ਹੈ ਉਹ ਖਾਸ ਤੌਰ 'ਤੇ ਬੁੱਧੀਜੀਵੀਆਂ ਦੀ ਰਾਏ ਮਸ਼ਵਰੇ ਤੇ ਵਿਚਾਰਾਂ ਤੋਂ ਬਾਅਦ ਹੀ ਜਿਹੜੇ ਹੈ ਉਹ ਅਸੀਂ ਉੱਥੋਂ ਜਾਰੀ ਕੀਤੇ। ਤੇ ਇਸ ਤੋਂ ਮੇਰੇ ਤੋਂ ਪਹਿਲਾਂ ਵੀ ਜਿਹੜੇ ਬਹੁਤ ਸਾਰੇ ਹੁਕਮਨਾਮੇ, ਚਲੋ ਇੱਕ ਦੋ ਨੂੰ ਛੱਡ ਵੀ ਦਈਏ ਜੇ ਆਪਾਂ, ਤਾਂ ਬਹੁਤ ਸਾਰੇ ਹੁਕਮਨਾਮੇ ਜਦੋਂ ਜਾਰੀ ਹੋਏ ਆ ਤੇ ਉਹਦੇ ਵਿੱਚ ਇੰਟੈਲੈਕਚੁਅਲ ਦਾ ਜਾਂ ਬੁੱਧੀਜੀਵੀਆਂ ਦਾ ਬੜਾ ਵੱਡਾ ਰੋਲ ਰਿਹਾ ਹੈਗਾ ਪਰਦੇ ਦੇ ਪਿੱਛੇ। ਤੇ ਇਹ ਹੈ ਹਮੇਸ਼ਾ ਹੀ, ਕਿਉਂਕਿ ਕੋਈ ਵੀ ਜਦੋਂ ਹੁਕਮਨਾਮਾ ਜਿਹੜਾ ਹੁੰਦਾ ਅਕਾਲ ਤਖਤ ਸਾਹਿਬ ਤੋਂ ਦੋ ਚੀਜ਼ਾਂ ਨਿਕਲਦੀਆਂ ਨੇ, ਇੱਕ ਆਦੇਸ਼, ਇੱਕ ਸੰਦੇਸ਼। ਤੇ ਜਿਹੜੇ ਸੰਦੇਸ਼ ਨਿਕਲਦੇ ਨੇ ਉਹਦੇ ਪਿੱਛੇ ਵੀ ਬੁੱਧੀਜੀਵੀਆਂ ਦੀ ਬਹੁਤ ਵੱਡੀ ਰਾਏ ਹੁੰਦੀ ਹੈ। ਅਲੱਗ-ਅਲੱਗ ਕਿਸੇ ਨਾਲ ਟੈਲੀਫੋਨ 'ਤੇ ਜਿਵੇਂ ਮੈਂ ਆਪਣੇ ਜਿਹੜੀ ਹੈ ਆਪਣੇ ਐਕਸਪੀਰੀਅੰਸ ਦੀ ਗੱਲ ਕਰਾਂ, ਕਿਸੇ ਨਾਲ ਟੈਲੀਫੋਨ 'ਤੇ ਰਾਬਤਾ ਕਾਇਮ ਕਰ ਲਿਆ, ਕਿਸੇ ਨੂੰ ਕੋਲ ਬੁਲਾ ਲਿਆ, ਕਿਸੇ ਨੂੰ ਕੋਲ ਚਲੇ ਗਏ, ਤਾਂ ਕਾਫੀ ਅਸੀਂ ਇਸ ਮਸਲੇ 'ਤੇ ਕਰਦੇ ਹਾਂ। ਮੈਥੋਂ ਪਹਿਲੇ ਵੀ ਜਿਹੜੇ ਹੈ ਇਹ ਪ੍ਰਕਿਰਿਆ ਕਰਦੇ ਰਹੇ। ਤਾਂ ਇਹਦੇ ਨਾਲ ਕੋਈ ਤੁਹਾਨੂੰ ਲੱਗਦਾ ਕੋਈ ਕਮੇਟੀ ਵੀ ਬਣਾਈ ਜਾ ਸਕਦੀ ਹੈ ਜਿਹੜੀ ਹੁਕਮਨਾਮਿਆਂ ਦੇ ਲਈ? ਜਦੋਂ ਪੱਕੀ ਕਮੇਟੀ ਬਣਾ ਦਿੰਦੇ ਆ ਨਾ ਜੀ ਤੇ ਉਹਦੇ ਨਾਲ ਫਿਰ ਕਈ ਗੜਬੜਾਂ ਪੈਦਾ ਹੋਣ ਦਾ ਖਦਸ਼ਾ ਜਿਹੜਾ ਉਹ ਸਾਨੂੰ ਲੱਗਦਾ ਹੁੰਦਾ ਹੈ, ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੁੰਦਾ ਹੈਗਾ। ਤੇ ਇਸ ਕਰਕੇ ਅਸੀਂ ਇੰਡੀਵਿਜੂਅਲ ਰੱਖਦੇ ਹਾਂ ਜਿਹੜੇ ਇੰਟੈਲੈਕਚੁਅਲ ਹੈ, ਕਿਹਨੇ ਕੀ ਕਿਹਾ ਕਿਹਨੇ ਨਹੀਂ ਕਿਹਾ ਇਹਨੂੰ ਪਤਾ ਨਾ ਲੱਗਣਾ ਚਾਹੀਦਾ ਹੈ। ਠੀਕ ਹੈ। ਸੋ ਅੱਜ ਦੀਆਂ ਸਥਿਤੀਆਂ ਤੇ ਹਾਲਾਤਾਂ ਦੀ ਪੇਚੀਦਗੀ ਕਾਫੀ ਵੱਧ ਗਈ ਹੈ, ਜਿਵੇਂ ਤੁਹਾਡੀ ਗੱਲਾਂ ਤੋਂ ਵੀ ਨਜ਼ਰ ਆ ਰਿਹਾ ਵੀ ਦਾਰਸ਼ਨਿਕ ਵਿਹੂਣੀ ਵਿਰੋਧਤਾ ਨੂੰ ਹੀ ਇੱਕ ਤਰ੍ਹਾਂ ਮੀਨਿੰਗ ਦਾ ਆਦਰਸ਼ ਦੀ ਤਰ੍ਹਾਂ ਐਸਟੈਬਲਿਸ਼ ਕੀਤਾ ਜਾਂਦਾ ਹੈ।
ਸੋ ਇਸ ਨਾਲ ਡਾਇਲੌਗ ਦੀ ਪੋਜੀਸ਼ਨ ਦੀ ਸੰਜੀਦਗੀ ਤੇ ਸੁਹਿਰਦਤਾ ਗੰਭੀਰ ਹੋਣ ਦੇ ਲਈ ਕੀ ਰਾਹ ਬਣਾਏ ਜਾ ਸਕਦੇ ਆ, ਕਿਉਂਕਿ ਇਹਦੇ ਨਾਲ ਕਾਫੀ ਜਿਹੜਾ ਪੰਥ ਦੇ ਵਿੱਚ ਮਾਹੌਲ ਜਿਹੜਾ ਉਹ ਵਿਰੋਧਾਭਾਸੀ ਹੁੰਦਾ ਜਾ ਰਿਹਾ। ਸੋ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਦਾ ਨਾ ਇੱਕ ਕਾਰਨ ਹੈਗਾ ਬਹੁਤ ਵੱਡਾ, ਇਹ ਇੱਕ ਗੰਭੀਰ ਸਮੱਸਿਆ ਜਿਹਦਾ ਤੁਸੀਂ ਜ਼ਿਕਰ ਕੀਤਾ ਹੈਗਾ। ਇਹਦਾ ਇੱਕ ਕਾਰਨ ਹੈ ਬਹੁਤ ਵੱਡਾ ਕਿ ਅਸੀਂ ਇੱਕ ਤਾਂ ਆਪਣੇ ਜਿਹੜਾ ਗਿਆਨ ਦਾ ਜਿਹੜਾ ਸੋਮਾ ਹੈ ਉਹ ਅਸੀਂ ਸੋਸ਼ਲ ਮੀਡੀਆ ਨੂੰ ਮੰਨ ਬੈਠੇ ਹਾਂ। ਠੀਕ। ਤੇ ਦੂਸਰਾ ਜਿਹੜਾ ਹੈਗਾ ਉਹ ਹੈਗਾ ਕਿ ਅਸੀਂ ਉਤੇਜਿਤ ਜਿਹੜਾ ਹੈ ਉਹ ਬਹੁਤ ਹੁੰਦੇ ਹਾਂ। ਸਾਡੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਅਧੂਰੀਆਂ ਨੇ, ਤੇ ਅਧੂਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਡੇ ਅੰਦਰ ਕਈ ਕਿਸਮ ਦੇ ਜਿਹੜੇ ਦਵੰਦ ਪੈਦਾ ਕਰਦੀਆਂ। ਅਸੀਂ ਅਸਲੀਅਤ ਨੂੰ ਸਮਝ ਨਹੀਂ ਪਾਉਂਦੇ। ਅਸਲੀਅਤ ਕੁਝ ਹੋਰ ਹੁੰਦੀ ਹੈ ਲੇਕਿਨ ਅਸੀਂ ਕੁਝ ਹੋਰ ਸਮਝਦੇ ਹਾਂ, ਕੁਝ ਹੋਰ ਮੰਨਦੇ ਹਾਂ। ਤੇ ਇਸ ਚੀਜ਼ ਤੋਂ ਨਿਕਲਣ ਦਾ ਜਿਹੜਾ ਹੱਲ ਹੈਗਾ ਸਹੀ, ਉਹ ਹੈਗਾ ਡਾਇਲੌਗ। ਹਾਂਜੀ। ਤੇ ਡਾਇਲੌਗ ਤਾਂ ਹੁੰਦਾ ਜੇ ਇਕੱਠੇ ਬੈਠਾਂਗੇ। ਤੇ ਸਾਡੀ ਪ੍ਰੋਬਲਮ ਹੈ ਕਿ ਅਸੀਂ ਇਕੱਠੇ ਬੈਠਣ ਵਾਸਤੇ ਵੀ ਤਿਆਰ ਨਹੀਂ ਹਾਂ। ਸਾਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਇਕੱਠੇ ਬੈਠੇ ਤਾਂ ਲੋਕ ਕਹਿਣਗੇ ਕਿ ਫਲਾਣੇ ਨਾਲ ਕਿਉਂ ਬੈਠ ਗਿਆ, ਤੇ ਜਾਂ ਅਸੀਂ ਕਿਸੇ ਨਾਲ ਬੈਠੀਏ ਤਾਂ ਲੋਕ ਨਾ ਕਹਿਣ ਕਿ ਤੂੰ ਫਲਾਣੇ ਕੋਲੇ ਕਿਉਂ ਬੈਠ ਗਿਆ। ਇਹ ਨਹੀਂ ਸਮਝ ਰਹੇ ਕਿ ਜੇ ਬੈਠਾਂਗੇ ਨਹੀਂ ਅਸੀਂ ਤੇ ਫਿਰ ਡਾਇਲੌਗ ਕਿਵੇਂ ਕਰਾਂਗੇ? ਜੇ ਡਾਇਲੌਗ ਨਹੀਂ ਕਰਾਂਗੇ ਤਾਂ ਰਸਤੇ ਕਿਵੇਂ ਨਿਕਲਣਗੇ? ਜੇ ਗਵਰਨਮੈਂਟ ਨਾਲ ਵੀ ਸਾਡੇ ਇਸ਼ੂ ਹੈਗੇ ਤਾਂ ਗਵਰਨਮੈਂਟ ਨਾਲ ਵੀ ਤਾਂ ਸਾਨੂੰ ਬੈਠਣਾ ਪੈਣਾ। ਸਾਡੇ ਜੇ ਪੋਲੀਟੀਕਲ ਇਸ਼ੂ ਹੈ, ਜੇ ਕੋਈ ਧਾਰਮਿਕ ਇਸ਼ੂ ਹੈਗੇ ਤਾਂ ਸਾਨੂੰ ਸਕਾਲਰਾਂ ਨੂੰ, ਬੁੱਧੀਜੀਵੀਆਂ ਨੂੰ ਬੈਠਣਾ ਪੈਣਾ ਇਕੱਠੇ ਹੋ ਕੇ। ਬਿਨਾਂ ਬੈਠਿਆਂ, ਬਿਨਾਂ ਡਾਇਲੌਗ ਕੀਤਿਆਂ ਕਿਵੇਂ ਹੋ ਸਕਦਾ ਹੈ ਕਿ ਕੰਟਰੋਵਰਸੀ ਜਿਹੜੀ ਉਹ ਕਿਵੇਂ ਖਤਮ ਹੋ ਸਕਦੀ ਹੈ? ਗੁਰਬਾਣੀ ਖੁਦ ਸਾਨੂੰ ਸਮਝਾਉਂਦੀ ਹੈ ਕਿ ਹੋਏ ਇਕੱਤਰ ਮਿਲ ਹੋ ਮੇਰੇ ਭਾਈ, ਦੁਬਦਾ ਦੂਰ ਕਰ ਹੋ ਲਿਵਲਾਏ। ਕਿ ਜੇ ਕੰਟਰੋਵਰਸੀ ਹੈ, ਕੋਈ ਦੁਬਦਾ ਹੈ, ਤੇ ਉਹ ਭਾਈ ਮਿਲ ਕੇ ਬੈਠੋ, ਇਕੱਠੇ ਹੋ ਕੇ ਬੈਠੋ। ਇੱਕ ਜਿਹੜੀ ਖਾਸ ਜਿਹੜੀ ਸਾਡੇ ਅੰਦਰ ਇੱਕ ਹੋਰ ਪ੍ਰੋਬਲਮ ਹੈਗੀ ਹੈ ਕਿ ਅਸੀਂ ਸੁਣਾਉਣਾ ਚਾਹੁੰਦੇ ਹਾਂ ਲੇਕਿਨ ਸੁਣਨਾ ਨਹੀਂ ਚਾਹੁੰਦੇ। ਬਿਲਕੁਲ ਸਹੀ। ਅਸੀਂ ਪੜ੍ਹਾਉਣਾ ਚਾਹੁੰਦੇ ਹਾਂ ਲੇਕਿਨ ਪੜ੍ਹਨਾ ਨਹੀਂ ਚਾਹੁੰਦੇ। ਇਹ ਵੀ ਇੱਕ ਸਾਡੀ ਪ੍ਰੋਬਲਮ ਹੈਗੀ ਹੈ। ਤਾਂ ਸਿੱਖਾਂ ਨੂੰ ਜੇ ਸੁਣਾਉਣਾ ਕੁਛ ਉਹਨਾਂ ਨੇ ਤੇ ਉਹਨਾਂ ਨੂੰ ਉਸ ਤੋਂ ਦੁੱਗਣਾ ਤਿੱਗਣਾ ਸੁਣਨਾ ਪਏਗਾ। ਤੇ ਜੇ ਪੜ੍ਹਾਉਣਾ ਕਿਸੇ ਨੂੰ ਤੇ ਆਪ ਜਿਹੜਾ ਹੈ ਉਹ ਦੁੱਗਣਾ ਤਿੱਗਣਾ ਪੜ੍ਹਨਾ ਪਏਗਾ। ਫਿਰ ਹੀ ਅਸੀਂ ਸਾਰੇ ਦ੍ਰਿਸ਼ਟੀਕੋਣ ਨੂੰ, ਸਾਰੇ ਨਜ਼ਰੀਆਂ ਨੂੰ ਜਿਹੜਾ ਸਮਝ ਸਕਦੇ। ਅਦਰਵਾਈਜ਼ ਬਸ ਰੌਲਾ ਰੱਪਾ ਹੀ ਹੈ, ਚੱਕ ਲਓ ਧਰ ਲਓ, ਚੱਕ ਲਓ ਧਰ ਲਓ, ਉਹਦਾ ਵਿਰੋਧ ਕਰ ਦਿਓ, ਇਹਦਾ ਵਿਰੋਧ ਕਰ ਦਿਓ, ਉਹਦੀ ਉਸਤਤ ਕਰਕੇ ਉਹਨੂੰ ਸਮਾਨ 'ਤੇ ਚੜ੍ਹਾ ਦਿਓ, ਉਹਦੀ ਨਿੰਦਾ ਕਰਕੇ ਉਹਨੂੰ ਰਸਾਤਲ 'ਚ ਡੇਗ ਦਿਓ। ਇਹ ਚੀਜ਼ ਆ ਮਤਲਬ ਅਸੀਂ ਕਰਦੇ। ਸੋ ਸਿਧਾਂਤਕ ਮਸਲਿਆਂ ਨੂੰ ਸਿੱਖ ਸਮਾਜ ਵਿੱਚ ਪਹਿਲ ਤੁਹਾਨੂੰ ਲੱਗਦਾ ਵੀ ਕਿਉਂ ਨਹੀਂ ਦਿੱਤੀ ਜਾ ਰਹੀ? ਸਿਧਾਂਤਕ ਮਸਲਿਆਂ 'ਤੇ ਘੱਟ ਤੇ ਆਮ ਵਿਹਾਰਕ ਜ਼ਿੰਦਗੀ ਦੇ ਮਸਲਿਆਂ ਉੱਤੇ ਜ਼ਿਆਦਾ ਗੱਲਬਾਤ ਹੋ ਰਹੀ ਹੈ। ਕੀ ਮਤਲਬ ਉਤੇਜਨਾ ਨਾਲ ਹੀ ਸਿਧਾਂਤਕ ਮਸਲਿਆਂ ਦਾ ਕੋਈ ਹੱਲ ਨਿਕਲ ਸਕਦਾ ਹੈ ਤੁਹਾਨੂੰ? ਦੇਖੋ, ਮੈਂ ਸਮਝਦਾ ਕਿ ਇੱਕ ਤਾਂ ਸਾਡੇ ਸਿੱਖੀ ਦੇ ਸਿਧਾਂਤ ਹੈ ਜਿਹੜੇ ਗੁਰਬਾਣੀ ਦੇ ਵਿੱਚ ਸਮਾਏ ਹੋਏ। ਜੇ ਕੋਈ ਉਹਨਾਂ ਸਿਧਾਂਤਾਂ ਨੂੰ ਪ੍ਰਵਾਨ ਕਰਦਾ ਹੈ ਤੇ ਉਹ ਸਿੱਖ ਹੈ। ਜੇ ਕੋਈ ਉਹਨਾਂ ਸਿਧਾਂਤਾਂ ਨੂੰ ਨਹੀਂ ਮੰਨਦਾ ਤੇ ਉਹ ਸਿੱਖ ਹੀ ਨਹੀਂ ਹੈ। ਜਿਹੜੇ ਸਾਡੇ ਮਸਲੇ ਨੇ ਇਹ ਦੂਸਰਾ ਸਾਡੇ ਪਰੰਪਰਾ ਹੁੰਦੀ ਹੈ ਜਾਂ ਮਰਿਆਦਾ ਹੁੰਦੀ ਹੈ। ਤਾਂ ਸਾਡੇ ਜਿਹੜੇ ਜ਼ਿਆਦਾ ਇਸ਼ੂਜ਼ ਹੈ, ਜ਼ਿਆਦਾ ਜਿਹੜੇ ਮਸਲੇ ਹੈ ਉਹ ਪਰੰਪਰਾਵਾਂ ਤੇ ਮਰਿਆਦਾਵਾਂ ਨੂੰ ਲੈ ਕੇ, ਸਿਧਾਂਤ ਨੂੰ ਲੈ ਕੇ ਬਹੁਤ ਘੱਟ ਹੈ। ਉਹਦਾ ਸਿਧਾਂਤ ਸਾਡਾ ਅਟੱਲ ਹੈ, ਗੁਰੂ ਨਾਨਕ ਸਾਹਿਬ ਨੇ ਸਿਰਜਿਆ। ਮੰਨਦੇ ਹਾਂ ਅਸੀਂ, ਸਿੱਖ ਹੈ, ਸਿੱਖਾਂ ਤੇ ਮੰਨਣਾ ਔਰ ਮੰਨਣਾ ਹੀ ਹੈ। ਤੇ ਨਹੀਂ ਮੰਨਦੇ ਤਾਂ ਫਿਰ ਸਿੱਖੀ ਨਹੀਂ ਹੈ। ਸਹੀ। ਲੇਕਿਨ ਜਿਹੜੀਆਂ ਪਰੰਪਰਾਵਾਂ ਨੇ, ਜਿਹੜੀਆਂ ਮਰਿਆਦਾਵਾਂ ਨੇ, ਇਹਨੂੰ ਲੈ ਕੇ ਕੁਝ ਇਸ਼ੂਜ਼ ਜਿਹੜੇ ਨੇ ਉਹ ਹਨ ਸਾਡੇ ਅੰਦਰ। ਤੇ ਉਹ ਇਸ਼ੂਜ਼ ਵੀ ਹੱਲ ਹੋ ਸਕਦੇ ਆ ਜੇ ਅਸੀਂ ਡਾਇਲੌਗ ਵੱਲ ਵਧੀਏ। ਤੇ ਸਾਡੀ ਸਮੱਸਿਆ ਜਿਹੜੀ ਉਹ ਇਹ ਵੀ ਹੈ, ਜਾਂ ਜੇ ਜਿੱਥੋਂ ਇਹ ਮਰਿਆਦਾਵਾਂ ਦੇ ਵਖੇਰੇ ਜਾਂ ਪਰੰਪਰਾਵਾਂ ਦੇ ਵਖਰੇਵੇਂ ਸ਼ੁਰੂ ਹੋਏ ਨੇ, ਉਹ ਇੱਥੋਂ ਸ਼ੁਰੂ ਹੋਏ ਨੇ ਕਿ ਮੈਂ ਕੋਈ ਚੀਜ਼ ਕਰਦਾ, ਮਾੜੀ ਗੱਲ ਨਹੀਂ ਹੈ, ਲੇਕਿਨ ਜਦੋਂ ਮੈਂ ਸੋਚਦਾ ਕਿ ਸਾਰੀ ਪੰਥ ਇਹ ਕਰੇ ਤੇ ਉੱਥੇ ਫਿਰ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ। ਉਹਦੇ ਵਿੱਚ ਮਤਲਬ ਸਿਧਾਂਤ ਦੀ ਫਿਰ ਜ਼ਿਆਦਾ ਲੋੜ ਪਿੱਛੇ ਪੈ ਜਾਂਦੀ ਹੈ। ਹੁਣ ਫਰਜ਼ ਕਰੋ ਕਿ ਮੈਂ ਦਿਨ ਦੇ ਵਿੱਚ 50 ਬਾਣੀਆਂ ਪੜ੍ਹਦਾ, ਬਹੁਤ ਚੰਗੀ ਗੱਲ ਹੈ। ਪਰ ਮੈਂ ਆਖਾਂ ਜਾਂ ਮੇਰੇ ਜਿਹੜੇ ਨਾਲ ਸਹਿਚਾਰ ਰੱਖਣ ਵਾਲੇ ਲੋਕ ਆਖਣ
ਕਿ ਸਾਰਾ ਪੰਥ ਹੀ 50 ਬਾਣੀਆਂ ਪੜ੍ਹੇ, ਤੇ ਇਹ ਸੰਭਵ ਨਹੀਂ ਨਾ ਹੈ। ਹਾਂਜੀ ਠੀਕ ਤੇ ਜਿਹੜਾ 50 ਪੜ੍ਹਦਾ ਤੇ ਉਹ ਸਿੱਖ ਹੈ, ਜਿਹੜਾ 49 ਪੜ੍ਹਦਾ ਉਹ ਸਿੱਖ ਨਹੀਂ ਹੈ। ਤਾਂ ਇਹ ਚੀਜ਼ ਤਾਂ ਠੀਕ ਨਹੀਂ ਨਾ ਹੈ। ਹਾਂਜੀ ਠੀਕ ਇਹ ਸਾਰੇ ਵੱਖਰੇਵੇਂ ਜਿਹੜੇ ਨੇ ਇਹ ਇਸ ਚੀਜ਼ ਤੋਂ ਨਿਕਲੇ ਨੇ। ਠੀਕ ਇਹ ਸਾਨੂੰ ਇਹ ਗੱਲ ਸਮਝਣੀ ਪਊ ਕਿ ਜੋ ਕੋਡ ਆਫ ਕੰਡਕਟ ਪੰਥ ਨੇ ਬਣਾਤਾ ਉਹਦੇ 'ਤੇ ਅਸੀਂ ਪਹਿਰੇਦਾਰੀ ਦੇਈਏ। ਇੰਡੀਵਿਜੂਅਲ ਅਸੀਂ ਜਿਹੜਾ ਹੈਗਾ ਕੀ ਕਰਦੇ ਕੀ ਨਹੀਂ ਕਰਦੇ ਇਹ ਇੰਨਾ ਮੈਟਰ ਨਹੀਂ ਕਰਦਾ ਜਿੰਨਾ ਕੋਡ ਆਫ ਕੰਡਕਟ ਜਿਹੜਾ ਸਾਡਾ ਉਹ ਮੈਟਰ ਕਰਦਾ। ਠੀਕ ਇਹ ਵੀ ਚੀਜ਼ਾਂ ਹੈਗੀਆਂ। ਸੋ ਸ਼ਬਦ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਅੱਜ ਕੱਲ੍ਹ ਜਿਹੜੇ ਨਵੇਂ ਡਾਇਲੌਗਸ ਪੈਦਾ ਹੋ ਰਹੇ ਆ ਫੈਮਿਨਿਜ਼ਮ ਦੇ ਉੱਤੇ, ਸੋਸ਼ਲ ਜਸਟਿਸ ਦੇ ਉੱਤੇ, ਰੇਸ ਦੇ ਉੱਤੇ, ਇਹ ਖਾਸ ਕਰਕੇ ਵੈਸਟ ਵਿੱਚ ਕਾਫੀ ਚੱਲਦੇ ਆ। ਪੋਸਟ ਕਲੋਨੀਅਲਿਜ਼ਮ, ਹਿਸਟੋਰੀਸਿਜ਼ਮ ਜਾਂ ਸਬਅਲਟਰਨਿਟੀ, ਇਹੋ ਜਿਹੇ ਮੁੱਦਿਆਂ ਦੇ ਉੱਤੇ ਕੀ ਦਖਲ ਦਿੱਤਾ ਜਾ ਸਕਦਾ ਹੈ? ਬਿਲਕੁਲ। ਸ਼ਬਦ ਜਿਹੜਾ ਕਨਸੈਪਟ ਹੈ ਨਾ ਜੀ ਸਾਡਾ, ਵੈਸੇ ਤਾਂ ਹਰ ਧਰਮ 'ਚ ਹੀ ਮਿਲਦਾ ਹੈ, ਲੇਕਿਨ ਉਸ ਰੂਪ ਦੇ ਵਿੱਚ ਨਹੀਂ ਮਿਲਦਾ ਜਿਸ ਰੂਪ ਦੇ ਵਿੱਚ ਸਿੱਖੀਜ਼ਮ ਦੇ ਵਿੱਚ ਹੈ। ਸ਼ਬਦ ਦੀ ਗੱਲ ਜਿਹੜੀ ਹਰ ਰਿਲੀਜਨ ਨੇ ਕੀਤੀ ਹੈ, ਲੇਕਿਨ ਜਿਸ ਪੁਖਤਾ ਢੰਗ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਗੁਰਬਾਣੀ ਦੇ ਵਿੱਚ ਸ਼ਬਦ ਦੀ ਗੱਲ ਹੋਈ ਹੈ, ਮੇਰੇ ਖਿਆਲ ਕਿਸੇ ਅਦਰ ਰਿਲੀਜਨ ਦੇ ਵਿੱਚ ਨਹੀਂ ਸੀ। ਔਰ ਸ਼ਬਦ ਸਿਧਾਂਤ ਜਿਹਨੂੰ ਤੁਸੀਂ ਕਿਹਾ, ਸ਼ਬਦ ਸਿਧਾਂਤ, ਸ਼ਬਦ ਕਨਸੈਪਟ ਹੀ ਇੱਕ ਐਸਾ ਸਿਧਾਂਤ ਹੈ ਜਿਹਦੀ ਰੌਸ਼ਨੀ ਦੇ ਵਿੱਚ ਵਿਸ਼ਵ ਦੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਜਾਂ ਇਹਨਾਂ ਨਾਲ ਨਜਿੱਠਿਆ ਜਾ ਸਕਦਾ ਹੈਗਾ। ਪ੍ਰੋਬਲਮ ਇਹ ਹੈ ਕਿ ਅਸੀਂ ਸਿੱਖੀ ਸ਼ਬਦ ਦੀ ਅਹਿਮੀਅਤ ਤੋਂ ਜਿਹੜਾ ਹੈ ਉਹ ਨਾਵਾਕਫ ਹੈ। ਸਾਨੂੰ ਸਿੱਖਾਂ ਨੂੰ ਹੀ ਸ਼ਬਦ ਦਾ ਜਿਹੜਾ ਸ਼ਬਦ ਦੀ ਡੈਫੀਨੇਸ਼ਨ ਕੀ ਹੈ, ਸ਼ਬਦ ਦੀ ਪਰਿਭਾਸ਼ਾ ਕੀ ਹੈ, ਇਸ ਚੀਜ਼ ਦੀ ਜਾਣਕਾਰੀ ਨਹੀਂ। ਤਾਂ ਸ਼ਬਦ ਦੇ ਜ਼ਰੀਏ ਸਾਡੀਆਂ ਸਮੱਸਿਆਵਾਂ ਨਹੀਂ, ਪੂਰੇ ਵਿਸ਼ਵ ਦੀਆਂ ਸਮੱਸਿਆਵਾਂ, ਚਾਹੇ ਉਹ ਇਕਨੋਮਿਕਲੀ ਨੇ, ਚਾਹੇ ਉਹ ਫਿਜ਼ੀਕਲੀ ਨੇ, ਚਾਹੇ ਉਹ ਪੋਲੀਟੀਕਲੀ ਨੇ, ਚਾਹੇ ਉਹ ਸੋਸ਼ਲ ਨੇ, ਸਾਰੀਆਂ ਹੀ ਪ੍ਰੋਬਲਮਸਾਂ ਦਾ ਜਿਹੜਾ ਸਮੱਸਿਆਵਾਂ ਦਾ ਪ੍ਰੋਬਲਮਸਾਂ ਦਾ ਜਿਹੜਾ ਉਹ ਹੱਲ ਹੈ ਉਹ ਸ਼ਬਦ ਦੀ ਰੌਸ਼ਨੀ ਦੇ ਵਿੱਚ ਕੀਤਾ ਜਾ ਸਕਦਾ ਹੈ, ਕੱਢਿਆ ਜਾ ਸਕਦਾ ਹੈ। ਪਰ ਕੱਢ ਕੌਣ ਸਕਦਾ ਹੈ? ਅਸੀਂ। ਤੇ ਸਾਨੂੰ ਉਸ ਕਾਬਲ ਬਣਨ ਵਾਸਤੇ ਪਹਿਲਾਂ ਖੁਦ ਜਿਹੜਾ ਹੈ ਉਹ ਸ਼ਬਦ ਨੂੰ ਸਮਝਣਾ ਹੋਏਗਾ, ਸ਼ਬਦ ਦੇ ਭਾਵਾਂ ਨੂੰ ਸਮਝਣਾ ਹੋਏਗਾ, ਸ਼ਬਦ ਕਨਸੈਪਟ ਨੂੰ ਸਮਝਣਾ ਹੋਏਗਾ। ਹਾਂਜੀ, ਮਤਲਬ ਉਸ ਸ਼ਬਦ ਦੀਆਂ ਜਿਹੜੀਆਂ ਅਲੱਗ-ਅਲੱਗ ਡਾਇਮੈਂਸ਼ਨ, ਸ਼ਬਦ ਦੇ ਵਿੱਚੋਂ ਹੀ ਨਾਮ ਨਿਕਲਦਾ ਹੈ, ਸ਼ਬਦ ਦੇ ਵਿੱਚੋਂ ਬੰਦਗੀ, ਸ਼ਬਦ 'ਚੋਂ ਭਜਨ, ਸ਼ਬਦ 'ਚੋਂ ਪਦਾਰਥ, ਸਭ ਕੁਝ, ਚਾਹੇ ਮੈਟਰ ਹੈ, ਚਾਹੇ ਰੂਹਾਨੀਅਤ ਹੈ, ਅਧਿਆਤਮਿਕਤਾ ਹੈ, ਸਭ ਸ਼ਬਦ। ਅਸੀਂ ਇਹ ਚੀਜ਼ ਸਮਝਣੀ ਪਏਗੀ। ਬਹੁਤ ਚੰਗੀ ਗੱਲ ਕਹੀ ਤੁਸੀਂ ਕਿ ਇਹਦਾ ਜਿਹੜਾ ਮੈਟਰ ਦੇ ਨਾਲ ਸ਼ਬਦ ਦਾ ਕੰਸਰਨ ਬਣਦਾ ਹੈ, ਇਹਦੇ ਵਿੱਚੋਂ ਹੀ ਜਿਹੜੀਆਂ ਸਿਧਾਂਤਕਾਰੀਆਂ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ ਇਹ ਸ਼ਬਦ ਦਾ ਜਲਾਓ ਹੈ। ਹਾਂਜੀ, ਸ਼ਬਦ ਦਾ ਪ੍ਰਕਾਸ਼ ਹੈ। ਗੁਰਬਾਣੀ ਦੇ ਰਾਹੀਂ ਅਸੀਂ ਸ਼ਬਦ ਨੂੰ ਪਹੁੰਚਦੇ ਹਾਂ, ਸ਼ਬਦ ਰਾਹੀਂ ਸੁਰਤੀ ਜੋੜਦੇ ਹਾਂ। ਹਾਂਜੀ ਹਾਂਜੀ, ਇਸ ਕਰਕੇ ਗੁਰਬਾਣੀ ਨੂੰ ਵੀ ਸ਼ਬਦ ਕਹਿੰਦੇ। ਸਤਿਗੁਰ ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਣਾਵੇ। ਸੋ ਇਹਦੇ ਨਾਲ ਇੱਕ ਅਗਲਾ ਕੁਐਸਚਨ ਹੈਗਾ ਕਿ ਜਿਹੜਾ ਸੈਕੂਲਰ ਵਰਲਡ ਹੈਗਾ, ਇਹਦੇ ਵਿੱਚ ਅਕਾਲ ਤਖਤ ਕਿਸ ਤਰ੍ਹਾਂ ਆਪਣਾ ਆਦਰਸ਼ ਜਿਹੜਾ ਹੈਗਾ ਉਹ ਦੇ ਸਕਦਾ ਹੈ, ਜਿਸ ਨਾਲ ਕਿ ਸਿੱਖਾਂ ਦਾ ਇੱਕ ਵਰਲਡ ਵਿਜ਼ਨ ਤੇ ਸਿਵਲਾਈਜੇਸ਼ਨਲ ਮਾਡਲ ਬਣ ਸਕੇ, ਜਿਹਦੇ ਨਾਲ ਅਲੱਗ-ਅਲੱਗ ਸਿਵਲਾਈਜੇਸ਼ਨਸ ਦੇ ਵਿੱਚ ਜਾਂ ਆਪਣਾ ਅਕਾਲ ਤਖਤ ਦੀ ਆਪਣੀ ਯੂਨੀਵਰਸੈਲਿਟੀ ਸੈਕੂਲਰ ਵਰਲਡ ਦੇ ਵਿੱਚ ਕਿਸ ਤਰ੍ਹਾਂ ਸਟੈਬਲਿਸ਼ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਇੱਕ ਧੁਰਾ ਹੈ। ਹਾਂਜੀ, ਪਹਿਲਾਂ ਵੀ ਕਿਹਾ ਕਿ ਅਸੀਂ ਇਹਦੀ ਫਿਜ਼ੀਕਲੀ ਇੰਪੋਰਟੈਂਸ ਵੀ ਹੈਗੀ ਹੈ, ਇਹ ਸਾਡਾ ਕਨਸੈਪਟ ਹੈ, ਕਨਸੈਪਚੁਅਲ ਵੀ ਇਹਦੀ ਇੰਪੋਰਟੈਂਸ ਹੈਗੀ ਹੈ। ਤੇ ਕਈ ਐਸੀਆਂ ਧਿਰਾਂ ਵੀ ਨੇ ਜਿਹੜੀਆਂ ਨਾ ਇਹਦੀ ਫਿਜ਼ੀਕਲ ਹੋਂਦ ਨੂੰ ਮੰਨਦੀਆਂ ਨੇ, ਨਾ ਇਹਦੀ ਫਿਲਾਸਫੀਕਲ ਜਾਂ ਸਿਧਾਂਤਕ ਹੋਂਦ ਨੂੰ ਮੰਨਦੀਆਂ ਨੇ, ਲੇਕਿਨ ਇਹਦੀ ਫਿਜ਼ੀਕਲ ਵੀ ਹੈ ਔਰ ਇਹਦੀ ਇੱਕ ਸਿਧਾਂਤ ਵੀ ਹੈ। ਸਾਡੇ ਜਿੰਨਾ ਅਸੀਂ ਅਕਾਲ ਤਖਤ ਸਾਹਿਬ ਨੂੰ ਮਜ਼ਬੂਤ ਕਰਾਂਗੇ, ਅਕਾਲ ਤਖਤ ਸਾਹਿਬ ਦੇ ਕਨਸੈਪਟ ਨੂੰ ਜਿੰਨਾ ਅਸੀਂ ਮਜ਼ਬੂਤ ਕਰਾਂਗੇ, ਉਨੇ ਅਸੀਂ ਮਜ਼ਬੂਤ ਹੋਵਾਂਗੇ। ਠੀਕ ਹੈ। ਪਰ ਪ੍ਰੋਬਲਮ ਇਹ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਗਾਹੇ ਬਗਾਹੇ ਮਤਲਬ ਐਂਟੀ ਸਿੱਖ ਲੋਕਾਂ ਵੱਲੋਂ ਬਣਾਈਆਂ ਪਾਲਿਸੀਆਂ ਦੇ ਸ਼ਿਕਾਰ ਅਸੀਂ ਅਕਾਲ ਤਖਤ ਸਾਹਿਬ ਜਿਹੜੀ ਸਾਡੀ ਇੱਕ ਉਹ ਸੰਸਥਾ ਹੈ ਜਿਹਨੂੰ ਗੁਰੂ ਸਾਹਿਬ ਨੇ ਆਪਣੇ ਹੱਥੀਂ ਸਿਰਜਿਆ,
ਉਹਨੂੰ ਅਸੀਂ ਕਿਤੇ ਨਾ ਕਿਤੇ ਕਮਜ਼ੋਰ ਜਿਹੜਾ ਉਹ ਕਰ ਰਹੇ ਹਾਂ, ਸੋ ਖੋਖਲਾ ਕਰ ਰਹੇ ਹਾਂ। ਤਾਂ ਅਕਾਲ ਤਖਤ ਸਾਹਿਬ ਉਸ ਪੋਜੀਸ਼ਨ ਦੇ ਵਿੱਚ ਪੂਰੇ ਵਿਸ਼ਵ ਲਈ ਚਾਨਣ ਮਨਾਰਾ ਬਣ ਸਕਦਾ ਹੈ ਜੇ ਅਸੀਂ ਖੁਦ ਸਿੱਖ ਅਕਾਲ ਤਖਤ ਸਾਹਿਬ ਨੂੰ ਮਜ਼ਬੂਤ ਕਰੀਏ। ਠੀਕ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਜਿਹੜਾ ਕ੍ਰੈਡੀਬਿਲਿਟੀ ਨੂੰ ਜਿਹੜਾ ਹੈ ਉਹ ਢਾਹ ਲਾਉਂਦੇ ਹਾਂ ਅਕਾਲ ਤਖਤ ਸਾਹਿਬ ਦੀ। ਹਾਂਜੀ, ਜਿੰਨੀ ਇਹਦੀ ਕ੍ਰੈਡੀਬਿਲਿਟੀ ਬਣੂਗੀ, ਜਿੰਨੀ ਇਹਦੀ ਕ੍ਰੈਡੀਬਿਲਿਟੀ ਮਤਲਬ ਵੱਧ ਹੋਊਗੀ, ਉਨਾ ਹੀ ਜ਼ਿਆਦਾ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਮਰੱਥ ਹੋਏਗਾ, ਹਾਂਜੀ, ਤਾਕਤਵਰ ਹੋਏਗਾ। ਤਾਂ ਇਹ ਚੀਜ਼ ਸਾਨੂੰ ਸੋਚਣੀ ਪਏਗੀ, ਸਮਝਣੀ ਪਏਗੀ। ਅਸੀਂ ਕੁਝ ਅਣਦਿਸਦੀਆਂ ਘਟਨਾਵਾਂ ਜਾਂ ਕੁਝ ਐਸੀਆਂ ਘਟਨਾਵਾਂ ਜਿਹੜੀਆਂ ਘਟੀਆਂ ਹੀ ਨਹੀਂ ਹੈ, ਉਹਦਾ ਅਸੀਂ ਆਪਣੇ ਮਨ ਦੇ ਵਿੱਚ ਖਾਕਾ ਤਿਆਰ ਕਰਕੇ ਤੇ ਅਕਾਲ ਤਖਤ ਸਾਹਿਬ ਦੀ ਕ੍ਰੈਡੀਬਿਲਿਟੀ ਨੂੰ ਢਾਹ ਲਾਉਣੀ। ਤਾਂ ਇਹ ਚੀਜ਼ ਤੋਂ ਸਾਨੂੰ ਰੋਕਣਾ ਪਏਗਾ। ਹਾਂਜੀ, ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਸੈਕੂਲਰ ਡੋਮੇਨ ਹੈਗਾ ਉਹਦੇ ਨਾਲ ਜਿਹੜਾ ਜਦੋਂ ਇੰਟਰੈਕਸ਼ਨ ਕਰਨੀ ਹੈ, ਜਿੱਦਾਂ ਇਹਨੂੰ ਆਪਣੇ ਪਿਛਲੇ ਕੁਐਸਚਨ ਨਾਲ ਵੀ ਜੋੜਿਆ ਜਾਵੇ, ਤਾਂ ਜਿਹੜਾ ਸ਼ਬਦ ਸਿਧਾਂਤ ਨੂੰ ਜਦੋਂ ਅਸੀਂ ਸੈਕੂਲਰ ਵਰਲਡ ਦੇ ਵਿੱਚ ਢਾਲ ਕੇ ਦੇਖਾਂਗੇ ਤਾਂ ਉਹਦੇ ਵਿੱਚੋਂ ਜਿਹੜੇ ਨਵੇਂ ਫਲਸਫੇ ਪੈਦਾ ਹੋਣ ਦੀ ਸੰਭਾਵਨਾ ਇਹਦੇ ਵਿੱਚ ਅਕਾਲ ਤਖਤ ਸਾਹਿਬ ਮੈਨੀਫੈਸਟ ਕਰਦਾ ਹੈ। ਅਤੇ ਜਿਹਦੇ ਨਾਲ ਕਿ ਅਸੀਂ ਮਤਲਬ ਅਸੀਂ ਇੱਕ ਜਿਹੜੀਆਂ ਰੈਗੂਲਰ ਜਿਹੜੀਆਂ ਵਿਹਾਰਕ ਜ਼ਿੰਦਗੀ ਦੀਆਂ ਜਿਹੜੀਆਂ ਸਮੱਸਿਆਵਾਂ ਇਹਨਾਂ ਦਾ ਵੀ ਪ੍ਰੋਬਲਮਸ ਲੱਭ ਸਕਦੇ ਹਾਂ, ਅਤੇ ਸ਼ਾਇਦ ਅਸੀਂ ਸਿਧਾਂਤਕ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਨੂੰ ਇੱਕ ਵਰਲਡ ਵਿਜ਼ਨ ਦੇਣ ਦੇ ਇੱਕ ਉਹੋ ਜਿਹੇ ਪਲੇਟਫਾਰਮ ਦੇ ਉੱਤੇ। ਹਾਂ, ਕਿਉਂਕਿ ਜਦੋਂ ਵੀ ਅਕਾਲ ਤਖਤ ਸਾਹਿਬ ਨੂੰ ਅਸੀਂ ਮਜ਼ਬੂਤ ਕੀਤਾ ਤੇ ਅਕਾਲ ਤਖਤ ਸਾਹਿਬ ਨੇ ਫਿਰ ਹਰ ਚੀਜ਼ ਦਾ ਮੁਕਾਬਲਾ ਕੀਤਾ। ਹਾਂਜੀ, ਚਾਹੇ ਉਹ ਸਟੇਟ ਹੋਵੇ, ਸਟੇਟ ਨਾਲ ਵੀ ਖਿਆ ਹੈਗਾ, ਠੀਕ ਹੈ, ਉਹ ਰਾਜਨੀਤੀ ਨਾਲ ਵੀ ਜਿਹੜਾ ਹੈ ਜਾਂ ਗੰਦੀ ਜਿਹੜੀ ਪੋਲਿਟਿਕਸ ਹੈ ਉਹਦੇ ਨਾਲ ਵੀ ਮੁਕਾਬਲਾ ਕੀਤਾ ਉਹਨੇ। ਤੇ ਫਿਰ ਹੀ ਅਕਾਲ ਤਖਤ ਸਾਹਿਬ ਸਟੇਟ ਨਾਲ ਖਹਿ ਸਕਦਾ ਹੈ, ਜ਼ਬਰ ਨਾਲ ਖਹਿ ਸਕਦਾ ਹੈ, ਜ਼ੁਲਮ ਨਾਲ ਖਹਿ ਸਕਦਾ ਹੈ, ਹਰ ਉਸ ਚੀਜ਼ ਨਾਲ ਖਹਿ ਸਕਦਾ ਜਿਹੜੀ ਸਿੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜੇ ਅਸੀਂ ਸਿੱਖ ਜਿਹੜੇ ਆ ਅਕਾਲ ਤਖਤ ਸਾਹਿਬ ਦੇ ਇਰਦ ਗਿਰਦ ਘੇਰਾ ਕੱਟ ਕੇ ਖੜੇ ਹੋਵਾਂਗੇ। ਤੇ ਜੇ ਅਸੀਂ ਉਹ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਇਰਦ ਗਿਰਦ ਕਈਆਂ ਲੈ ਕੇ ਖੜੋਤੇ ਹਾਂ ਢਾਉਣ ਵਾਸਤੇ, ਤੇ ਫਿਰ ਅਕਾਲ ਤਖਤ ਸਾਹਿਬ ਜਿਹੜਾ ਉਹ ਸਮਰੱਥ ਪੋਲਿਟਿਕਸ ਦਾ ਜਾਂ ਸਮਰੱਥ ਸਟੇਟ ਦਾ ਮੁਕਾਬਲਾ ਕਿਵੇਂ ਕਰ ਸਕਦਾ ਹੈ? ਕਿਉਂਕਿ ਅਕਾਲ ਤਖਤ ਸਾਹਿਬ ਦੀ ਵੀ ਜਿਹੜੀ ਫੋਰਸ ਹੈ ਉਹ ਸਾਡੇ ਸਿੱਖ ਇੰਸਟੀਟਿਊਸ਼ਨਸ ਹੈ, ਸਿੱਖ ਸੰਗਤਾਂ ਨੇ। ਹੁਣ ਅਸੀਂ ਅਕਾਲ ਤਖਤ ਸਾਹਿਬ ਦੇ ਪਹਿਰੇਦਾਰ ਬਣਨ ਵਾਸਤੇ ਤਿਆਰ ਨਹੀਂ ਹਾਂ। ਠੀਕ ਹੈ, ਅਸੀਂ ਚਾਹੁੰਦੇ ਕਿ ਅਕਾਲ ਤਖਤ ਸਾਹਿਬ ਸਾਡੀ ਪਹਿਰੇਦਾਰੀ ਕਰੇ। ਠੀਕ ਹੈ, ਹਾਂਜੀ। ਤਾਂ ਅਕਾਲ ਤਖਤ ਸਾਹਿਬ ਸਾਡੀ ਪਹਿਰੇਦਾਰੀ ਕਰੇਗਾ ਜੇ ਅਸੀਂ ਅਕਾਲ ਤਖਤ ਸਾਹਿਬ ਦੇ ਇਰਦ ਗਿਰਦ ਖੜਾਂਗੇ। ਹਾਂਜੀ, ਮਤਲਬ ਉਹਦੀ ਸੋਵਰੈਨਿਟੀ ਦੇ ਲਈ ਅਸੀਂ ਆਪ ਵੀ ਪਾਰਟੀਸਪੇਟ ਕਰੀਏ। ਅਸੀਂ ਆਪ ਕੁਝ ਕਰਨਾ ਨਹੀਂ ਚਾਹੁੰਦੇ। ਅਕਾਲ ਤਖਤ ਸਾਹਿਬ ਦੀ ਸੁਤੰਤਰ ਪ੍ਰਭੂ ਸੱਤਾ ਨੂੰ ਕਾਇਮ ਰੱਖਣ ਲਈ ਅਸੀਂ ਕੁਝ ਨਹੀਂ ਕਰਨਾ। ਹਾਂ, ਠੀਕ ਹੈ। ਤੇ ਜੇ ਸੰਗਤ ਨੇ ਕੁਝ ਨਹੀਂ ਕਰਨਾ ਤੇ ਫਿਰ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਕਿਵੇਂ ਕਾਇਮ ਰੱਖ ਸਕਦੇ? ਠੀਕ ਹੈ, ਇਹ ਚੀਜ਼। ਸੋ ਨੈਕਸਟ ਕੁਐਸਚਨ ਸੀਗਾ ਮੇਰੇ ਕੋਲ ਬਈ ਜਿਹੜਾ ਬਸਤੀਵਾਦੀ ਚਿੰਤਨ ਦੇ ਆਉਣ ਤੋਂ ਬਾਅਦ ਸਿੱਖਾਂ ਨੇ ਆਪਣੇ ਆਪ ਨੂੰ ਇੱਕ ਸੋਸ਼ਲ ਗਰੁੱਪ ਦੀ ਤਰ੍ਹਾਂ ਐਸਟੈਬਲਿਸ਼ ਕੀਤਾ, ਜਿਹਨੂੰ ਅਸੀਂ ਕਲੋਨੀਅਲ ਡਿਸਕੋਰਸ ਦੀ ਤਰ੍ਹਾਂ ਇੱਥੇ ਅਕੈਡਮੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ। ਅਤੇ ਇਹਦੇ 'ਤੇ ਕਾਫੀ ਜ਼ਿਆਦਾ ਚਿੰਤਨ ਹੁਣ ਤਾਂ ਇੰਡੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਹੋ ਰਹੀ ਹੈ। ਅਮਰੀਕਾ ਜਦੋਂ ਦਾ ਪੋਸਟ ਕਲੋਨੀਅਲਿਜ਼ਮ ਪਿਛਲੇ ਮਤਲਬ 20-25 ਸਾਲਾਂ ਤੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਅਕੈਡਮੀ ਦੇ ਵਿੱਚ ਖਾਸ ਕਰਕੇ। ਸੋ ਉਹਦੇ ਨਾਲ ਰਿਲੀਜਨਸ ਇੱਕ ਤਰ੍ਹਾਂ ਇੱਕ ਸੋਸ਼ਲ ਗਰੁੱਪ ਦੀ ਤਰ੍ਹਾਂ ਐਸਟੈਬਲਿਸ਼ ਹੋ ਗਏ ਆ। ਇੱਕ ਜਿੱਦਾਂ ਹੁਣ ਧਰਤੀ ਦੇ ਉੱਤੇ 12-13 ਰਿਲੀਜਨ ਨੇ, ਉਹ ਅਲੱਗ-ਅਲੱਗ ਆਪਣੇ ਮੈਨੀਫੈਸਟੇਸ਼ਨ ਕਰ ਰਹੇ ਆ। ਸੋ ਇਹਦੇ ਵਿੱਚ ਸਿੱਖ ਯੂਨੀਵਰਸੈਲਿਟੀ ਪੈਦਾ ਕਰਨੀ, ਇੱਦਾਂ ਅਲੱਗ ਜਿਹੜੀ ਹਿਸਟੋਰੀਕਲ ਮਾਰਚਿੰਗ ਜਿਹੜੀ ਖਾਸ ਕਰਕੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਐਸਟੈਬਲਿਸ਼ ਹੋਈ, ਇਸ ਯੂਨੀਵਰਸੈਲਿਟੀ ਨੂੰ ਐਸਟੈਬਲਿਸ਼ ਕਰਨ ਦੇ ਲਈ ਸਿੱਖ ਸਿਧਾਂਤ ਦੇ ਵਿੱਚ ਕੁਛ ਇਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ, ਜਾਂ ਤੁਸੀਂ ਕੁਛ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਜਿਹਦੇ ਨਾਲ ਕਿ ਇਹਦੇ ਨਾਲ ਇੱਕ ਵਿਸ਼ਵ ਵਿਆਪੀ ਮਾਡਲ ਜਿਹੜਾ ਸਿੱਖਾਂ ਦੇ ਵੱਲੋਂ ਤਿਆਰ ਕੀਤਾ ਜਾ ਸਕਦਾ ਹੈ, ਜਿਹਦੇ ਨਾਲ ਕਿ ਅਦਰ ਜਿਹੜਾ ਉਹ ਅਦਰ ਨਾ ਰਵੇ, ਉਹਨੂੰ ਵੀ ਅਸੀਂ ਕਿਉਂਕਿ ਇਹਦੇ ਵਿੱਚ ਅਦਰਾਈਜੇਸ਼ਨ ਜਿਹੜੀ ਹੈਗੀ ਆ ਉਹ ਕਲੋਨੀਅਲ ਪੀਰੀਅਡ ਤੋਂ ਬਾਅਦ, ਬਸਤੀਵਾਦ ਤੋਂ ਬਾਅਦ ਜ਼ਿਆਦਾ ਵਧੀ ਹੈ। ਸੋ ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਆਪਣਾ ਦਖਲ ਦੇ ਸਕਦੇ ਹਾਂ? ਦੇਖੋ, ਕੋਈ ਵੀ ਰਿਲੀਜਨ ਹੈਗਾ ਉਹਦੇ ਵਿੱਚ 3 ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ। ਜਿੱਦਾਂ ਸੇਵਾ ਹੋਈ ਸਾਡੇ ਵਿੱਚ ਸਿੱਖਾਂ 'ਚ, ਮੈਂ ਉਹੀ ਗੱਲ ਕਰਦਾ। ਕੋਈ ਵੀ ਰਿਲੀਜਨ ਹੈ ਉਹਦੇ ਵਿੱਚ 3 ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦਾ ਸਿਧਾਂਤ। ਤਾਂ ਸਿਧਾਂਤ ਜਿਹੜੇ ਨੇ ਉਹ ਫਾਲੋ ਕੀਤੇ ਜਾਂਦੇ ਨੇ ਕੋਡ ਆਫ ਕੰਡਕਟ ਦੇ ਜ਼ਰੀਏ। ਦੂਸਰਾ ਆ ਗਿਆ ਕੋਡ ਆਫ ਕੰਡਕਟ, ਤੇ ਤੀਸਰੀ
ਆ ਗਈਆਂ ਹਿਊਮਨ ਵੈਲਿਊਜ਼। ਠੀਕ ਹੈ, ਠੀਕ ਹੈ। ਠੀਕ ਹੈ ਨਾ। ਹਰ ਧਰਮ ਦੇ ਵਿੱਚ ਹਰ ਮਤ ਦੇ ਵਿੱਚ ਹਿਊਮਨ ਵੈਲਿਊਜ਼ ਦੀ ਗੱਲ ਕੀਤੀ ਗਈ ਹੈ, ਚਾਹੇ ਉਹ ਨਾਸਤਕ ਮਤ ਹੈ ਤੇ ਚਾਹੇ ਉਹ ਆਸਤਕ ਮਤ ਹੈ। ਨਾਸਤਕ ਮਤ ਵੀ ਜਿਹੜਾ ਹੈ ਉਹ ਹਿਊਮਨ ਵੈਲਿਊਜ਼ ਤੋਂ ਇਨਕਾਰੀ ਨਹੀਂ ਹੈ। ਠੀਕ ਹੈ, ਬਿਲਕੁਲ ਸਹੀ ਹੈ ਨਾ। ਹਾਂਜੀ। ਤਾਂ ਜਿਹੜੀ ਧਰਮ ਦੀ ਜਿਹੜੀ ਹਿਊਮਨ ਵੈਲਿਊਜ਼ ਹੈ, ਧਰਮ ਨੂੰ ਮੰਨਣ ਵਾਲੇ ਲੋਕ ਜਿਹੜੇ ਹਿਊਮਨ ਵੈਲਿਊਜ਼ ਨੂੰ ਆਪਣੇ ਜੀਵਨ 'ਚ ਢਾਲਦੇ ਨੇ, ਬੇਸਿਕਲੀ ਉਹ ਸਿਧਾਂਤ ਚੋਂ ਨਿਕਲੀਆਂ ਹੁੰਦੀਆਂ। ਸਿਧਾਂਤ ਹੀ ਉਹਨਾਂ ਨੂੰ ਦੱਸਦਾ ਹੈਗਾ ਹਾਂਜੀ ਕਿ ਤੁਸੀਂ ਹਿਊਮਨ ਵੈਲਿਊਜ਼ ਜਿਹੜੀ ਹੈ ਇਹਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ। ਤੇ ਜਦੋਂ ਧਰਮ ਨੂੰ ਮੰਨਣ ਵਾਲਾ ਵਿਅਕਤੀ ਹਿਊਮਨ ਵੈਲਿਊਜ਼ ਨੂੰ ਮੰਨਦਾ ਹੈ ਤੇ ਉਹ ਹਿਊਮਨ ਵੈਲਿਊਜ਼ ਦੇ ਰਾਹੀਂ ਆਪਣੇ ਸਿਧਾਂਤ ਨੂੰ ਵੀ ਜਿਹੜਾ ਹੈ ਉਹ ਮਜ਼ਬੂਤ ਕਰਦਾ ਹੈ, ਪ੍ਰਚਾਰਦਾ ਹੈ, ਪ੍ਰਫੁੱਲਤ ਕਰਦਾ ਹੈ, ਠੋਸ ਕਰਦਾ ਹੈਗਾ। ਠੀਕ। ਹਾਂਜੀ। ਤਾਂ ਸਿੱਖ ਸਿਧਾਂਤ ਜਿਹੜਾ ਹੈਗਾ ਇਹ ਇੰਨੀਆਂ ਜ਼ਿਆਦਾ ਕਦਰਾਂ ਕੀਮਤਾਂ ਜਿਹੜੀਆਂ ਸਾਨੂੰ ਸਿਖਾਉਂਦਾ ਹੈਗਾ, ਹਾਂਜੀ। ਇੰਨੀਆਂ ਹਿਊਮਨ ਵੈਲਿਊਜ਼ ਸਾਨੂੰ ਸਿਖਾਉਂਦਾ ਹੈਗਾ ਜਿਹਦੇ ਨਾਲ ਜਿਨ੍ਹਾਂ ਨੂੰ ਸਾਰੇ ਵਰਲਡ ਦੇ ਵਿੱਚ ਲਾਗੂ ਕਰਕੇ ਇੱਕ ਉੱਚਤਮ ਸਮਾਜ ਸਿਰਜਿਆ ਜਾ ਸਕਦਾ ਹੈਗਾ। ਹਾਂਜੀ। ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ। ਠੀਕ ਹੈ। ਤਾਂ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਦੁਨੀਆ ਦੇ ਲੋਕਾਂ ਦੇ ਉੱਤੇ ਇੱਕ ਬਹੁਤ ਵੱਡਾ ਪਰਉਪਕਾਰ ਹੈ ਕਿ ਉਹਨਾਂ ਨੇ ਇੱਕ ਐਸਾ ਫਲਸਫਾ ਜਿਹੜਾ ਹੈ ਉਹ ਸੰਸਾਰ ਨੂੰ ਦਿੱਤਾ ਹੈ ਜਿਹਦੇ ਵਿੱਚੋਂ ਹਿਊਮਨ ਵੈਲਿਊਜ਼ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਹਰ ਇੱਕ ਨੂੰ ਜਿਹੜਾ ਉਹ ਉੱਪਰ ਲੈ ਕੇ ਜਾਂਦੀਆਂ। ਠੀਕ। ਹਰ ਇੱਕ ਨੂੰ ਜਿਹੜਾ ਹੈ ਉਹ ਇੱਕ ਸੌਖੀ ਜ਼ਿੰਦਗੀ ਜਿਉਣ ਦਾ ਜਿਹੜਾ ਉਹ ਤਰੀਕਾ ਵੀ ਉਹ ਨਾਲ ਹੀ ਉਹਨਾਂ ਨੂੰ ਮਿਲਦਾ ਹੈਗਾ। ਹਾਂਜੀ। ਤਾਂ ਕਦਰਾਂ ਕੀਮਤਾਂ ਅੱਜ ਜਿਹੜੀ ਇੱਕ ਮੇਰੇ ਖਿਆਲ ਇਕੱਲੇ ਸਿੱਖਾਂ ਨੂੰ ਨਹੀਂ ਬਲਕਿ ਦੁਨੀਆ ਦੇ ਹਰ ਰਿਲੀਜਨ ਨੂੰ ਜਿਹੜਾ ਹੈ ਇਹ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਕਿ ਸਮਾਜਾਂ ਦੇ ਵਿੱਚੋਂ ਜਿਹੜੀ ਵੈਲਿਊਜ਼ ਜਿਹੜੀ ਹੈ ਉਹ ਖਤਮ ਹੋ ਰਹੀ ਹੈ। ਹਾਂਜੀ। ਉਹਦਾ ਕਾਰਨ ਹੈ ਕਿ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਦੁਨੀਆ ਭਰ ਦਾ ਹੀ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਉਹ ਬੰਦੇ ਨੂੰ ਜਾਣਕਾਰ ਤਾਂ ਬਣਾ ਦਿੰਦਾ ਹੈ ਲੇਕਿਨ ਕਦਰਾਂ ਕੀਮਤਾਂ ਨਾਲ ਜੂਝਣਾ ਜਾਂ ਕਦਰਾਂ ਕੀਮਤਾਂ ਨਾਲ ਧਾਰਨੀ ਬਣਨਾ, ਕਦਰਾਂ ਕੀਮਤਾਂ ਨੂੰ ਅਪਣਾਉਣਾ ਇਹ ਨਹੀਂ ਸਿਖਾ ਰਿਹਾ ਹੈਗਾ। ਠੀਕ। ਖਾਸ ਤੌਰ 'ਤੇ ਸਾਡਾ ਜਿਹੜਾ ਏਸ਼ੀਆ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਭਾਰਤ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਹਿਊਮਨ ਵੈਲਿਊਜ਼ ਜਿਹੜੀ ਆ ਉਹ ਇਨਸਾਨ ਦੇ ਅੰਦਰ ਨਹੀਂ ਭਰ ਰਿਹਾ ਹੈਗਾ। ਠੀਕ। ਤੇ ਜਾਣਕਾਰੀਆਂ ਜਿਹੜੀਆਂ ਉਹ ਦੇ ਰਿਹਾ ਹੈਗਾ। ਤੇ ਵੈਸਟ ਦੇ ਵਿੱਚ ਵੀ ਜਿਹੜਾ ਐਜੂਕੇਸ਼ਨ ਸਿਸਟਮ ਹੈਗਾ ਉਹ ਵਿਦਵਾਨ ਬਣਾ ਰਿਹਾ ਹੈ, ਵਿਗਿਆਨੀ ਬਣਾ ਰਿਹਾ ਹੈ, ਡਾਕਟਰ ਬਣਾ ਰਿਹਾ, ਬਹੁਤ ਤੇਜ਼ ਤਰਾਰ ਕਰ ਰਿਹਾ, ਲੇਕਿਨ ਹਿਊਮਨ ਵੈਲਿਊਜ਼ ਜਿਹੜੀਆਂ ਦਿਸ ਰਹੀਆਂ ਨੇ ਇਹ ਧਰਮਾਂ 'ਚੋਂ ਆ ਰਹੀਆਂ ਨੇ। ਹਾਂਜੀ, ਬਿਲਕੁਲ ਸਹੀ। ਠੀਕ ਹੈ। ਤੇ ਧਰਮਾਂ ਨੂੰ ਅਸੀਂ ਜਿਹੜਾ ਪਿੱਛੇ ਸੁੱਟਣਾ ਸ਼ੁਰੂ ਕੀਤਾ, ਜੇ ਧਰਮਾਂ ਨੂੰ ਪਿੱਛੇ ਸੁੱਟ ਦਿੱਤਾ ਗਿਆ, ਹਿਊਮਨ ਵੈਲਿਊਜ਼ ਖਤਮ ਹੋ ਗਈ ਤੇ ਫਿਰ ਕਿਸੇ ਚੀਜ਼ ਦੀ ਕੋਈ ਵੈਲਿਊ ਰਹਿਣੀ ਨਹੀਂ ਹੈ। ਨਾ ਮੈਟਰ ਦੀ ਵੈਲਿਊ ਰਹਿਣੀ ਹੈ, ਨਾ ਕਿਸੇ ਵੀ ਚੀਜ਼ ਦੀ ਵੈਲਿਊ। ਹਰ ਚੀਜ਼ ਜੇ ਇਨਸਾਨ ਦੇ ਅੰਦਰੋਂ ਵੈਲਿਊਜ਼ ਖਤਮ ਹੋ ਗਈ ਫਿਰ ਹਰ ਚੀਜ਼ ਦੀ ਵੈਲਿਊ ਖਤਮ ਹੋ ਜਾਣੀ। ਜੇ ਇਹਨੂੰ ਫਿਲਾਸਫੀ ਦੇ ਟਰਮ 'ਚ ਕਹਿਣਾ ਹੋਵੇ ਤਾਂ ਇੱਕ ਤਰ੍ਹਾਂ ਦਾ ਨਾਹਿਲਿਜ਼ਮ ਹੈ ਜਿਹੜਾ ਕਿ ਮਤਲਬ ਫੈਲਦਾ ਜਿਹੜਾ ਉਹਨੂੰ ਬਚਾਉਣ ਦੇ ਲਈ ਧਰਮ ਅੱਗੇ ਆਉਂਦੀ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਸਿੱਖ ਧਰਮ ਨੇ ਜਿੰਨੀ ਵੈਲਿਊਜ਼ ਦੱਸੀ ਹੈ, ਜਿੰਨੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਦੱਸੀਆਂ ਨੇ। ਉਹਦੇ ਵਿੱਚ ਤੁਹਾਨੂੰ ਲੱਗਦਾ ਸੇਵਾ ਦਾ ਵੀ ਵੱਡਾ ਰੋਲ ਹੋ ਸਕਦਾ? ਸੇਵਾ ਹੋ ਗਈ, ਸਾਰਾ ਕੁਝ ਹੀ ਹੋ ਗਿਆ। ਦੇਖੋ ਖਿਮਾ, ਦਇਆ, ਕਰੁਣਾ, ਸੇਵਾ, ਇਹ ਹਿਊਮਨ ਵੈਲਿਊਜ਼ ਹੈ ਨਾ। ਇਹ ਸਾਰਾ ਕੁਝ ਜਦੋਂ ਕਰੋਨਾ ਕਾਲ ਹੋਇਆ ਤਾਂ ਸਿੱਖਾਂ ਨੇ ਹੁਣ ਸਾਡੀਆਂ ਸਮੱਸਿਆਵਾਂ ਕੀ ਹੈ ਕਿ ਸਾਨੂੰ ਲੋਕ ਖਿਮਾ ਕਰਨ, ਲੇਕਿਨ ਅਸੀਂ ਕਿਸੇ ਨੂੰ ਖਿਮਾ ਨਹੀਂ ਕਰ ਸਕਦੇ। ਜੇ ਸਾਡੇ ਤੋਂ ਕੋਈ ਊਣਤਾਈ ਹੋਈ ਹੈ ਤੇ ਲੋਕ ਖਿਮਾ ਕਰਨ, ਪਰ ਜੇ ਲੋਕਾਂ ਦੇ ਵਿੱਚੋਂ ਕਿਸੇ ਤੋਂ ਊਣਤਾਈ ਹੋ ਗਈ ਹੈ ਤੇ ਅਸੀਂ ਇਹਨੂੰ ਖਿਮਾ ਨਹੀਂ ਕਰਨਾ। ਠੀਕ। ਇਹ ਮਤਲਬ ਈਗੋ ਦੀ ਪ੍ਰੋਬਲਮ ਹੈ। ਈਗੋ ਦੀ ਪ੍ਰੋਬਲਮ ਮਤਲਬ ਇਹ ਜਿਹੜੀ ਵੈਲਿਊਜ਼ ਜਿਹੜੀ ਗੁਰਬਾਣੀ ਨੇ ਸਾਨੂੰ ਸਿਖਾਈ ਹੈ ਨਾ, ਸੰਤੋਖ, ਸਬਰ, ਸ਼ੁਕਰ, ਖਿਮਾ, ਨਿਮਰਤਾ, ਸਹਿਨਸ਼ੀਲਤਾ, ਵਿਵੇਕ, ਠੀਕ ਹੈ, ਬਿਲਕੁਲ ਇਹਨਾਂ ਚੀਜ਼ਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਅੱਜ। ਜੇ ਅਸੀਂ ਕੀ ਕਰ ਰਹੇ ਹਾਂ, ਅਸੀਂ ਕਹਿੰਦੇ ਹਾਂ ਜੀ ਸਾਰਾ ਦਾਰੋ ਮਦਾਰ ਅਸੀਂ ਲਿਆ ਕੇ ਨਾ ਇਸ ਗੱਲ ਤੇ ਸੁੱਟ ਦਿੰਦੇ ਹਾਂ ਕਿ ਜੀ ਸਾਰਾ ਕੁਝ ਤਾਂ ਹੋ ਰਿਹਾ ਕਿਉਂਕਿ ਸਾਡੇ ਕੋਲ ਸਟੇਟ ਨਹੀਂ ਹੈ। ਸਟੇਟ ਸੀ ਕਿਸੇ ਵਕਤ ਤਾਂ ਸੀ ਨਾ ਸਟੇਟ, ਲੇਕਿਨ ਉਹ ਸਟੇਟ ਇਸ ਕਰਕੇ ਚਲੀ ਗਈ
ਕਿਉਂਕਿ ਸਾਡੇ ਅੰਦਰੋਂ ਜਿਹੜੀਆਂ ਗੁਰਬਾਣੀ ਦੀਆਂ ਜਾਂ ਗੁਰਮਤ ਦੀਆਂ ਕਦਰਾਂ ਕੀਮਤਾਂ ਸੀ ਉਹ ਲੋਪ ਹੋ ਗਈਆਂ, ਕਦਰ ਖੇਰੀ ਖਤਮ ਹੋਈ ਹੈ ਨਾ। ਕਦਰ ਕੀਮਤਾਂ ਸਟੇਟ ਦੀਆਂ ਮੁਹਤਾਜ ਨਹੀਂ, ਮਤਲਬ ਇਸ ਤਰ੍ਹਾਂ ਉਹ ਆਪਣੀਆਂ ਆਪ ਹੀ ਡਿਵੈਲਪ ਕਰਨੀਆਂ, ਆਪ ਹੀ ਡਿਵੈਲਪ। ਤੇ ਜੇ ਅੱਜ ਅਸੀਂ ਸਿੱਖ ਹੋ ਜਾਈਏ, ਸਿੱਖ ਬਣ ਜਾਈਏ, ਆਪਣੀਆਂ ਕਦਰਾਂ ਕੀਮਤਾਂ ਡਿਵੈਲਪ ਕਰ ਲਈਏ, ਤੇ ਅਸੀਂ ਦੁਨੀਆ ਦੀ ਹਰ ਸਟੇਟ ਦੇ ਵਿੱਚ ਅਸੀਂ ਪ੍ਰਭਾਵਸ਼ਾਲੀ ਰੋਲ ਅਦਾ ਕਰ ਸਕਦੇ। ਬਿਲਕੁਲ, ਬਹੁਤ ਤੁਸੀਂ ਇੱਕ ਬੜੀ ਨੁਕਤੇ ਦੀ ਗੱਲ ਕਹੀ ਹੈ। ਸੋ ਅਗਲਾ ਇੱਕ ਕੁਐਸਚਨ ਹੈਗਾ ਬਈ, ਪੰਜਾਬ ਤੋਂ ਬਾਹਰ ਬੈਠੇ ਭਾਰਤ ਦੇ ਅੱਡ-ਅੱਡ ਸੂਬਿਆਂ ਦੇ ਵਿੱਚ, ਖਾਸ ਕਰਕੇ ਜਿੱਦਾਂ ਮਿਡਲ ਈਸਟ ਹੋ ਗਿਆ ਹੈ, ਮਲੇਸ਼ੀਆ ਹੋ ਗਿਆ, ਜਾਂ ਪੱਛਮੀ ਦੇਸ਼ਾਂ ਦੇ ਵਿੱਚ ਅਕਾਲ ਤਖਤ ਦੀ ਵਿਹਾਰਤਾ ਨੂੰ ਸਿਧਾਂਤਕ ਵਿਸ਼ਵ ਵਿਆਪਕਤਾ ਵੱਲ ਜੇ ਕਿੰਝ ਲਿਜਾਇਆ ਜਾ ਸਕਦਾ ਹੈ। ਸਿਧਾਂਤਕ ਤੌਰ 'ਤੇ ਜੇ ਵਿਸ਼ਵ ਵਿਆਪਕਤਾ, ਯੂਨੀਵਰਸੈਲਿਟੀ ਪੈਦਾ ਕਰਨੀ ਹੋਵੇ, ਸੋ ਉਹਦੇ ਲਈ ਅਲੱਗ-ਅਲੱਗ ਜਿਹੜੀਆਂ ਸੰਗਤਾਂ ਨੇ, ਜਿਹੜੀਆਂ ਅਲੱਗ-ਅਲੱਗ ਥਾਵਾਂ 'ਤੇ, ਉਹ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੀਆਂ, ਜਿਹਦੇ ਨਾਲ ਕਿ ਉਹ, ਕਿਉਂਕਿ ਹੁਣ ਸਿੱਖ ਤਾਂ ਬਹੁਤ ਦੇਸ਼ਾਂ 'ਚ ਬੈਠੇ ਆ, ਉਹ ਕਿਸ ਤਰ੍ਹਾਂ ਕੰਟਰੀਬਿਊਟ ਕਰਨ ਕਿ ਅਕਾਲ ਤਖਤ ਸਾਹਿਬ ਦੀ ਵਿਸ਼ਵ ਵਿਆਪਕਤਾ ਦੇ ਵਿੱਚ ਉਹ ਆਪਣਾ ਵੀ ਯੋਗਦਾਨ ਪਾ ਸਕਣ। ਬਿਲਕੁਲ ਬਿਲਕੁਲ। ਦੇਖੋ, ਉਹਦੇ ਵਾਸਤੇ ਸਾਨੂੰ ਇਹਨਾਂ ਜਿਹੜੇ ਕੰਟੀਨੈਂਟ ਹੈਗੇ, ਇੱਥੇ ਵਸਣ ਵਾਲੀਆਂ ਸਿੱਖ ਸੰਗਤਾਂ ਦੇ ਨਾਲ ਜਾਂ ਇੱਥੋਂ ਦੇ ਇੰਟੈਲੈਕਚੁਅਲ ਦੇ ਨਾਲ ਡਾਇਲੋਗ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਹੁਣ ਮੈਂ ਇਕੱਲਾ ਜਾ ਕੇ ਜਾਂ ਮੇਰੇ ਨਾਲ ਦੋ ਲੋਕ ਜਾ ਕੇ ਦੁਨੀਆ ਭਰ ਦੀਆਂ ਜਿਹੜੀਆਂ ਸਾਡੇ ਇੰਟੈਲੈਕਚੁਅਲ ਆ ਉਹਨਾਂ ਨਾਲ ਡਾਇਲੋਗ ਕਰਨ, ਇਹ ਤਾਂ ਸੰਭਵ ਨਹੀਂ ਹੈ, ਬਹੁਤ ਔਖਾ ਕੰਮ ਹੈ। ਤਾਂ ਇਹਦੇ ਲਈ ਚਾਹੀਦਾ ਹੈ ਕਿ ਬਹੁਤ ਸਾਰੇ ਐਸੇ ਜਿਹੜੇ ਨੇ ਵਲੰਟੀਅਰ ਜਿਹੜੇ ਨੇ ਸਾਡੇ ਇੰਟੈਲੈਕਚੁਅਲ, ਉਹ ਵਲੰਟੀਅਰ ਬਣ ਕੇ ਅਕਾਲ ਤਖਤ ਸਾਹਿਬ ਦੀ ਪ੍ਰਤੀਨਿਧਤਾ ਕਰਦੇ ਹੋਏ ਡਾਇਲੋਗ ਦੀ ਜਿਹੜੀ ਪ੍ਰਕਿਰਿਆ ਇਹਨੂੰ ਆਰੰਭਣ, ਦੁਨੀਆ ਦੇ ਹਰ ਦੇਸ਼ ਦੇ ਅੰਦਰ ਆਰੰਭਣ, ਉਹਦੀ ਜਾਣਕਾਰੀ ਅਕਾਲ ਤਖਤ ਸਾਹਿਬ 'ਤੇ ਭੇਜਣ, ਅਕਾਲ ਤਖਤ ਸਾਹਿਬ ਦਾ ਉਹਨਾਂ ਨਾਲ ਸੰਪਰਕ ਹੋਵੇ, ਕੋਆਰਡੀਨੇਸ਼ਨ ਇੱਕ ਸਿਸਟਮ ਬਣੇ, ਤੇ ਅਸੀਂ ਇਸ ਚੀਜ਼ ਨੂੰ ਜਿਹੜਾ ਸਾਰੀ ਦੁਨੀਆ ਭਰ ਦੇ ਸਿੱਖਾਂ ਨੂੰ ਅਸੀਂ ਜੁਆਇੰਟ ਕਰਕੇ ਫੈਲਾ ਸਕਦੇ ਹਾਂ। ਇਹਦੇ ਲਈ ਅਸੀਂ ਯਤਨ ਵੀ ਕਰ ਰਹੇ ਹਾਂ, ਤੇ ਵਾਹਿਗੁਰੂ ਕਿਰਪਾ ਕਰੇ ਕਾਮਯਾਬੀ ਮਿਲੇ। ਇੱਕ ਆਖਰੀ ਸਵਾਲ ਹੀ ਹੈ ਤੁਹਾਡੇ ਨਾਲ ਬਈ, ਅਖੀਰ ਵਿੱਚ ਕੁਝ ਐਸਾ ਸੁਝਾਅ ਵੀ ਹੈ ਜਿਹੜਾ ਜਿਸ ਨਾਲ ਤੁਸੀਂ ਲੱਗਦਾ ਹੈ ਕਿ ਅਕਾਲ ਤਖਤ ਦੀ ਮੌਜੂਦਾ ਸਥਿਤੀ ਦੇ ਨਾਲ ਭਵਿੱਖ ਮੁਖੀ ਤੇ ਇਤਿਹਾਸਕ ਫੈਸਲੇ ਲਏ ਜਾ ਸਕਦੇ ਹਨ? ਬਿਲਕੁਲ ਲਏ ਜਾ ਸਕਦੇ ਹੈ। ਸੁਝਾਅ ਤਾਂ ਇਹੋ ਹੀ ਹੈ ਕਿ ਜਿੰਨਾ ਵੀ ਸਾਡਾ ਇੰਟੈਲੈਕਚੁਅਲ, ਦੇਖੋ ਜਿਵੇਂ ਸਾਡੇ ਇੱਥੇ ਅਮਰੀਕਾ ਦੇ ਵਿੱਚ ਹੀ ਹੈ, ਸਿੱਖ ਨੇ, ਇੰਟੈਲੈਕਚੁਅਲ ਨੇ, ਜਾਂ ਬਿਜ਼ਨਸਮੈਨ ਨੇ, ਜਾਂ ਕਾਰੋਬਾਰੀ ਨੇ, ਜਾਂ ਮੇਬੀ ABC ਜੋ ਵੀ ਹੈ, ਤੁਹਾਡੇ 'ਚ ਥੋੜ੍ਹੇ ਬਹੁਤੇ ਡਿਫਰੈਂਸਸ ਵੀ ਇੱਥੇ ਹੋਣਗੇ, ਹੁੰਦੇ ਹੀ ਹੈ, ਹਰ ਜਗ੍ਹਾ ਹੀ ਹੁੰਦੇ ਆ। ਤਾਂ ਇਹਨਾਂ ਚੀਜ਼ਾਂ ਨੂੰ ਪਿੱਛੇ ਹਟ ਕੇ ਜਿੱਥੇ ਅਕਾਲ ਤਖਤ ਸਾਹਿਬ ਦੀ ਗੱਲ ਆਉਂਦੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਹੈ, ਤੇ ਉੱਥੇ ਅਸੀਂ ਜਿਹੜਾ ਹੈ ਯੂਨਿਟੀ ਚਾਹੀਏ, ਇਕੱਠੇ ਹੋਈਏ, ਤੇ ਫਿਰ ਅਸੀਂ ਗੁਰਬਾਣੀ ਦੀ ਵੀ ਗੱਲ ਕਰ ਸਕਦੇ ਹਾਂ, ਅਸੀਂ ਅਕਾਲ ਤਖਤ ਸਾਹਿਬ ਦੀ ਵੀ ਗੱਲ ਕਰ ਸਕਦੇ ਹਾਂ, ਅਸੀਂ ਸੰਗਤ ਪੰਗਤ ਦੀ ਵੀ ਗੱਲ ਕਰ ਸਕਦੇ ਹਾਂ, ਅਸੀਂ ਸ਼ਬਦ ਦੀ ਵੀ ਗੱਲ ਕਰ ਸਕਦੇ ਹਾਂ। ਤੇ ਸਾਡੀ ਇੱਕ ਸਮੱਸਿਆ ਵੀ ਹੈ ਕਿ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਨੀ ਹੈ, ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਮਜ਼ਬੂਤੀ ਦੀ ਗੱਲ ਕਰਨੀ ਹੈ, ਤੇ ਅਸੀਂ ਜਿਹੜੇ ਸਾਡੇ ਹੋਰ ਇਸ਼ੂਆਂ ਨੂੰ ਲੈ ਕੇ ਜਿਹੜੇ ਡਿਫਰੈਂਸਿਸ ਹੁੰਦੇ ਨੇ, ਅਸੀਂ ਉਹਨਾਂ ਨੂੰ ਮੂਹਰੇ ਕਰਕੇ ਅਸੀਂ ਇੱਕ ਦੂਸਰੇ ਤੋਂ ਮੂੰਹ ਘੁਮਾ ਲੈਂਦੇ। ਸੋ ਇਸ ਬਾਰੇ ਅਕਾਲ ਤਖਤ ਸਾਹਿਬ ਤੋਂ ਵੀ ਕੋਈ ਅਸੀਂ ਯਤਨ ਕਰ ਰਹੇ ਹਾਂ ਕਿ ਕੋਈ ਇਸ ਤਰ੍ਹਾਂ ਦੇ ਲੱਭੇ ਜਾਣ ਦੀਪ ਜਿਹੜੇ ਅਕਾਲ ਤਖਤ ਸਾਹਿਬ ਨਾਲ ਜੁੜਨ, ਤੇ ਫਿਰ ਉਹ ਰੋਸ਼ਨੀ ਜਿਹੜੀ ਹੈ ਉਹਨਾਂ ਦੀ ਪ੍ਰਚੰਡ ਹੋਵੇ, ਤੇ ਹੋਰ ਅੱਗੇ ਦੀਪ ਜਿਹੜੇ ਜਲਾਉਣ, ਦੀਵੇ ਤੋਂ ਦੀਵਾ ਜਗੇ, ਤੇ ਇਹ ਵੀ ਰੋਸ਼ਨੀ ਹੋ ਸਕਦੀ। ਤੁਸੀਂ ਬਹੁਤ ਸੋਹਣਾ ਇੱਕ ਮਾਹੌਲ ਸਿਰਜਿਆ ਇੱਥੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਨਾਲ, ਤੇ ਇਹਨਾਂ ਨੇ ਜਿਹੜੀਆਂ ਰੌਸ਼ਨੀਆਂ ਸਾਡੇ ਮੂਹਰੇ ਪ੍ਰਸਤੁਤ ਕੀਤੀਆਂ, ਉਹਦੇ ਵਿੱਚ ਖਾਸ ਕਰਕੇ ਜਿਹੜਾ ਇਨਸਾਈਟ ਅਕਾਲ ਤਖਤ ਸਾਹਿਬ ਦੀ ਇੰਸਟੀਟਿਊਸ਼ਨਲ ਸਿਗਨੀਫਿਕੈਂਸ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਸਿੱਖ ਸੰਗਤਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਬੈਠ ਕੇ ਕਿਸ ਤਰ੍ਹਾਂ ਕੰਮ ਕਰ ਸਕਦੀਆਂ ਹਨ, ਤੇ ਕੀ ਇੰਟੈਲੈਕਚੁਅਲਸ ਦਾ ਜ਼ੋਰ ਜਿਹੜਾ ਕਿ ਹੋ ਸਕਦਾ ਇਸ ਪੂਰੀ ਸੰਸਥਾ ਦੇ ਵਿੱਚ, ਇਸ ਪੂਰੇ ਇਸ ਵੇਲੇ ਦੇ ਵਰਲਡ ਵਿਊ ਨੂੰ ਜਾਗਰਤ ਕਰਨ ਦੇ ਵਿੱਚ, ਉਹਦੇ ਬਾਰੇ ਜਥੇਦਾਰ ਸਾਹਿਬ ਨੇ ਬੜੀਆਂ ਅਹਿਮ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ। ਸੋ ਇਹਦੇ ਵਿੱਚ ਸ਼ਾਇਦ ਅੱਗੇ ਜਾ ਕੇ ਅਸੀਂ ਉਮੀਦ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਤੋਂ ਵੀ ਕੋਈ ਕਾਨਫਰੰਸਿਸ ਵਗੈਰਾ ਜਾਂ ਸੈਮੀਨਾਰਸ ਵਗੈਰਾ ਕੀਤੇ ਜਾਣਗੇ, ਤੇ ਇਹਦੇ ਬਾਰੇ ਅਸੀਂ ਅੱਗੇ ਹੋਰ ਇਸ ਡਾਇਲਾਗ ਨੂੰ ਅੱਗੇ ਲਿਜਾ ਸਕਾਂਗੇ। ਸੋ ਇੰਨੀਆਂ ਗੱਲਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।